जी डॉक्टर साहब शुरू करिए जी इजाजत नाल तक जी ते मैं शुरू करा डॉक्टर साहब। दुनिया तालब मतलब दी गल सुन वो फकीरा, दुनिया तालब मतलब दी गल सुन वो फकीरा, मतबल आवे मतबल जावे मतबल पूजे गुर पीरा, मतलब पहनावे मतलब खिलावे मतलब पवाए नीरा, कहे हुसैन जिन मतबल छोड़या सो मीरन सर मीरा, दुनिया तालब मतलब दी गल सुन वो फकीरा। जी मैं पढ़ दिनी है जी। दुनिया तालब मतलब दी वो सच सुन वो फकीरा, मतलब आवे मतलब जावे मतलब पूजे गुरपीरा, मतलब पहनावे मतलब खिलावे मतलब पिलावे नीरा, कहे हुसैन जिन मतलब छोड़या सो मीरन सिर मीरा। शुक्रिया। हाँ जी, अगे मैं पढ़ देना जी। दुनिया तालिब मतलब दी वो सच सुन वो फकीरा। साडे गुरमुखी च इस तरह लिखिया मतलब आवे मतलब जावे मतलब पूजे गुर पीरा, मतलब पहनावे मतलब खिलावे मतलब पिलावे नीरा, कहे हुसैन जिन मतलब छोड़या सो मीरन सिर मीरा, गल सुन वो फकीरा दुनिया मतलब दी गल सुन वो फकीर। मैं पढ़ दें। दुनिया तालिब मतलब दी गल सुन, दुनिया तालिब मतलब दी गल सुन वो फकीरा, मतबल आवे मतबल जावे मतबल पूजे गुर पीरा, मतबल पहनावे मतबल खिलावे मतबल पवाए नीरा, कहे हुसैन जिन मतबल छोड़या सो मीरुन सर मीरा। दुनिया तालब मतलब दी गल सुन वो फकीरा, मतबल आवे मतबल जावे मतबल पूजे गुरपीरा, मतबल पहनावे मतबल खिलावे मतबल पवाए नीरा, कहे हुसैन जिन मतबल छोड़या सो मीरन सिर मीरा, दुनिया तालब मतलब दी गल सुन वो फकीरा। मैं पढ़ दिया जी हूँ। दुनिया तालब मतलब दी गल सुन वो फकीरा, मतबल आवे मतबल जावे मतबल पूजे गुरपीरा, मतबल पहनावे मतबल खिलावे मतबल पवाए नीरा, कहे हुसैन जिस मतबल छोड़या सो मीरन सिर मीरा। जी गुरदास जी आए ने। गुरदास जी ਤੁਹਾਡੀ ਵਾਰੀ। थैंक यू। मैं कर दुनिया तालब मतबल दी वो सच सुन वे फकीरा, मतबल आवे मतबल जावे मतबल पूजे गुरपीरा, मतलब पहनावे मतबल खिलावे मतबल पिलावे नीरा, कहे हुसैन जिन मतलब छोड़या सो मीरन सिर मीरा। अच्छा, ये मैं सिर्फ ਇਹਦੀ ਟੈਕਸਟ ਦੇ ਲਿਹਾਜ਼ ਨਾਲ ਇਹ ਮੈਂ ਪੁਆਇੰਟ ਆਊਟ ਕਰਨਾ ਚਾਹੁੰਦਾ ਕਿ ਜਿਹੜੀ ਅਸਥਾਈ ਹੈ ਉਹਦੇ ਚ ਤਾਲਬ ਆਉਂਦਾ ਹੈ। ਦੁਨੀਆ ਤਾਲਬ ਮਤਬਲ ਦੀ ਮਤਲਬ ਆਉਂਦਾ ਹੈ ਤੇ ਜਿਹੜੇ ਬਾਕੀ ਅੰਤਰੇ ਨੇ ਉਹਨਾਂ ਚ ਮਤਬਲ ਆਉਂਦਾ ਹੈ। ਇਹਦੀ ਕੀ ਸਿਗਨੀਫੀਕੈਂਸ ਹੋ ਸਕਦੀ ਹੈ? ਕਿਉਂਕਿ ਜਿਹੜਾ ਤਾਲਬ ਦਾ ਲਫ਼ਜ਼ ਹੈ
ਇਹ ਤੇ ਪੜ੍ਹੇ ਲਿਖੇ ਲੋਕਾਂ ਦੀ ਟਰਮੀਨੋਲੋਜੀ ਹੈ, ਜਿਹੜੇ ਐਜੂਕੇਟਡ ਨੇ, ਰੂਲਿੰਗ ਕਲਾਸ ਨੇ, ਜਿਹੜੇ ਦਾਨਿਸ਼ਵਰ ਨੇ। ਤੇ ਜਿਹੜਾ ਆਮ ਬੰਦਾ ਹੈ ਉਹ ਉਸ ਗੱਲ ਨੂੰ ਹੀ ਮਤਬਲ ਕਹਿੰਦਾ ਹੈ, ਮਤਬਲ ਉਹ ਕਹਿੰਦਾ ਹੈ। ਤੇ ਇਸ ਵਾਸਤੇ ਜਿਹੜੀਆਂ ਬਾਕੀ ਦੀਆਂ ਦੇ ਅੰਤਰੇ ਨੇ ਉਹਨਾਂ ਵਿੱਚ ਮਤਬਲ ਜਿਹੜਾ ਹੈਗਾ ਉਹ ਖਲਕ ਖੁਦਾ ਜਿਹੜੀ ਹੈ ਉਹ ਉਹਦੇ ਵਿੱਚ ਬੋਲ ਰਹੀ ਹੈ। ਹੋਰ ਕੋਈ ਖਾਸ ਲਫ਼ਜ਼ ਦੇ ਵਿੱਚ ਹੈ ਨਹੀਂ ਮੇਰੇ ਖਿਆਲ। ਨਹੀਂ ਹੋਰ ਤੇ ਸਾਰੇ ਬੜੇ ਸਾਫ਼ ਨੇ ਜੀ। ਹਾਂ ਮਤਲਬ ਇਹ ਸਾਫ਼ ਨੇ ਸਾਰੇ। ਹਾਂਜੀ ਕੋਈ ਤੁਸੀਂ ਸਹੀ ਸਾਹਿਬ ਸਹੀ ਵੇਖਣ 'ਚ ਵੈਸੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਮਤਲਬ ਤੇ ਉਹਦੇ ਬਾਅਦ ਇੱਕ ਇੰਟੈਲੈਕਚੁਅਲ ਦਾ ਮਤਲਬ ਔਰ ਇੱਕ ਆਮ ਲੁਕਾਈ ਵਾਸਤੇ ਮਤਬਲ, ਇਹ ਡਾਕਟਰ ਸਾਹਿਬ ਨੇ ਕਲੀਅਰ ਕਰਤਾ ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਦਾ। ਤੇ ਮੈਨੂੰ ਲੱਗਿਆ ਜਿਵੇਂ ਮਤਲਬ ਦਾ ਮਤਲਬ ਹੈ ਕਿ ਫੋਕਸ, ਆਬਜੈਕਟਿਵ, ਗੋਲ, ਕਿ ਬੜੀ ਮੈਂ ਇਹਦੇ 'ਚ ਇੱਕ ਪੋਜ਼ਿਟਿਵਿਟੀ ਵੇਖਣਾ ਪਿਆ ਵਾਂ ਕਿ ਬਈ ਇਸ ਦੁਨੀਆ ਨੂੰ ਮੇਰਾ ਖਿਆਲ ਹੈ ਬਿਹਤਰ ਬਣਾਉਣ ਵਾਸਤੇ ਜੋ ਵੀ ਫੋਕਸ, ਜੋ ਵੀ ਗੋਲ, ਜੋ ਵੀ ਆਬਜੈਕਟਿਵ ਚਾਹੀਦਾ ਵੇ ਉਹ ਤੇ ਫੋਕਸ ਰਹਿਣਾ ਚਾਹੀਦਾ ਸਾਨੂੰ। ਤੇ ਜਿਹੜੇ ਛੋਟੇ ਮੋਟੇ ਮਤਬਲ ਨੇ, ਛੋਟੇ ਆਬਜੈਕਟਿਵਸ ਨੇ ਜਿਹੜੇ ਕਿ ਤੁਹਾਨੂੰ ਮੇਨ ਫੋਕਸ ਤੋਂ, ਮੇਨ ਆਬਜੈਕਟਿਵ ਤੋਂ ਡਿਵੀਏਟ ਕਰ ਸਕਦੇ ਨੇ, ਉਹਨਾਂ ਤੇ ਫੋਕਸ ਨਹੀਂ ਕਰਨਾ ਚਾਹੀਦਾ। ਔਰ ਇਹ ਪੜ੍ਹਦੇ ਆ ਮੈਨੂੰ ਵਾਰਿਸ ਸ਼ਾਹ ਦੀਆਂ ਉਹ ਮੈਂ ਪਤਾ ਨਹੀਂ ਕਿਉਂ ਮੈਨੂੰ ਰਿਲੇਟ ਕਰ ਸਕਿਆ ਕਿ ਉਹਨਾਂ ਦਾ ਇੱਕ ਬੰਦ ਹੈਗਾ ਕਿ ਕਾਰਸਾਜ਼ ਹੈ ਰੱਬ ਤੇ ਫਿਰ ਦੌਲਤ, ਸਭ ਮਿਹਨਤਾਂ ਪੇਟ ਦੇ ਕਾਰਨੇ ਨਹੀਂ, ਤੇ ਪੇਟ ਵਾਸਤੇ ਫਿਰਨ ਅਮੀਰ ਦਰ ਦਰ, ਸੈਯਦ ਜ਼ਾਦਿਆ ਗਦੇ ਚਾਰਨੇ ਨਹੀਂ। ਮੈਂ ਲੱਗਾ ਜਿਵੇਂ ਕਿ ਪੇਟ ਵਾਸਤੇ ਰਾਤ ਨੂੰ ਛੋੜ ਘਰਦਾਰ ਹੋ ਪਾਰੂ ਹੋਕਰੇ ਮਾਰਨੇ ਨਹੀਂ। ਤੇ ਪਤਾ ਨਹੀਂ ਕਿਸ ਤਰ੍ਹਾਂ ਮੈਂ ਰਿਲੇਟ ਕਰ ਸਕਦਾ ਸਾਂ ਕਿਉਂਕਿ ਮਤਲਬ ਦੀ ਗੱਲ ਹੋ ਰਹੀ ਸੀ। ਤੇ ਮਤਲਬ ਪਹਿਨਾਵੇ, ਮਤਲਬ ਖਿਲਾਵੇ, ਮਤਲਬ ਪੋਆਵੇ ਨੀਰਾ। ਸੋ ਦ ਹੋਲ ਪਰਪਸ ਜਾਂ ਹੋਲ ਆਬਜੈਕਟਿਵ ਜਾਂ ਸਾਰਾ ਜਿਹੜਾ ਸਾਡੀ ਐਗਜ਼ਿਸਟੈਂਸ ਹੈ, ਇਟ ਰਿਵੋਲਵਸ ਅਰਾਊਂਡ some meanings, some goals, some objectives that we set. So ਉਹਨਾਂ goals, ਉਹਨਾਂ meanings ਨੂੰ, ਉਹਨਾਂ objectives ਨੂੰ ਅਸੀਂ ਬੜਾ ਧਿਆਨ ਨਾਲ set ਕਰੀਏ। ਔਰ ਜਿਨ੍ਹਾਂ ਨੇ ਉਹ ਗੋਲ ਤੇ ਉਹ ਫੋਕਸ ਜਿਹੜੇ ਨੇ ਉਹ ਸਿੱਧੇ ਰੱਖੇ, ਆਪਣੇ ਆਪ ਨੂੰ ਜੁੜਤ ਕਰਨ ਵਾਸਤੇ ਲੁਕਾਈ ਦੇ ਨਾਲ, ਨੇਚਰ ਦੇ ਨਾਲ, ਕਾਇਨਾਤ ਦੇ ਨਾਲ, ਆਪਣੇ ਆਪ ਦੇ ਨਾਲ, ਉਹ ਸਰਦਾਰੀ ਪਾ ਗਏ ਉਹਨਾਂ ਸਰਦਾਰਾਂ ਉੱਤੇ ਵੀ। ਤੇ ਇਹ ਮੈਂ ਮੁਖਤਸਰ ਮੈਂ ਸਮਝ ਆਈ ਮੇਰੇ ਲਈ ਕਿ we live in our existence is all revolves around meanings, desires, wishes, but we have to be careful about choosing what we choosing for our lives, so that we stay on the course, ਜਿਹੜਾ ਜੋ ਵੀ ਸਾਡਾ ਰਸਤਾ ਹੈ ਸਾਡਾ ਉਹਦੇ ਤੇ ਰਹੀਏ। ਤੇ ਫਕੀਰ, ਜਿਵੇਂ ਫਕੀਰ ਦਾ ਕੁਛ ਨਹੀਂ ਹੈਗਾ, ਇਸੇ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਫਕੀਰ ਹੋ ਕੇ ਔਰ ਆਪਣੇ ਆਪ ਨੂੰ ਫੋਕਸ ਰੱਖੋ। ਅਗੇਨ ਫੋਕਸ ਦਾ ਮਕਸਦ ਇਹੀ ਹੈ ਕਿ ਤੁਸੀਂ ਆਪਣੇ ਆਪ ਨਾਲ ਕਨੈਕਟ ਕਰੋ, ਲੁਕਾਈ ਨਾਲ ਕਨੈਕਟ ਕਰੋ, ਨੇਚਰ ਨਾਲ ਕਨੈਕਟ ਕਰੋ। ਔਰ ਆਫ ਕੋਰਸ ਜਦ ਤੱਕ ਐਗਜ਼ਿਸਟੈਂਸ ਹੈ ਸਾਡੀ ਜਿਹੜੀ ਫਿਜ਼ੀਕਲ ਨੀਡਸ ਨੇ ਉਹ ਵੀ ਨਾਲ ਨਾਲ ਚੱਲਣਗੀਆਂ, ਲੇਕਿਨ ਉਹਦੇ ਨਾਲ ਨਾਲ ਤੁਸੀਂ ਇਹ ਵੀ ਦੇਖਣਾ ਕਿ ਜਿਹੜੀਆਂ ਗ੍ਰੈਂਡ ਐਂਡ ਵੱਡੀਆਂ ਨੀਡਸ ਨੇ, ਜਿਹੜੀਆਂ ਕਿ ਜਿੱਥੋਂ ਅੱਖ ਨਹੀਂ ਚੁੱਕਣੀ ਚਾਹੀਦੀ ਉੱਥੋਂ ਤੁਹਾਨੂੰ ਧਿਆਨ ਨਹੀਂ ਅੱਗੇ ਪਿੱਛੇ ਕਰਨਾ। ਇੰਨਾ ਮੈਨੂੰ ਸਮਝ ਆਇਆ ਥੋੜਾ ਜਿਹਾ। ਥੈਂਕ ਯੂ ਜੀ। ਹਾਂਜੀ ਜੇ ਸੰਗਤੀਆਂ ਦੀ ਇਜਾਜ਼ਤ ਹੋਵੇ ਤੇ ਮੈਂ ਵੀ ਦੋ ਲਫ਼ਜ਼ ਕਹਿ ਦਿਆਂ। ਹਾਂਜੀ ਕਹੋ। ਡਾਕਟਰ ਸਾਹਿਬ ਚਲੇ ਗਏ ਨੇ?
ਨਹੀਂ ਮੈਂ ਹੈਗਾ ਅੱਛਾ ਜੀ ਹੈ ਹਾਂਜੀ ਮੈਂ ਥੋੜਾ ਜਿਹਾ ਮਾੜਾ ਜਿਹਾ ਵੱਖ ਥੋੜਾ ਜਿਹਾ ਸੋਚਿਆ ਸੀ ਮਤਲਬ ਲਫ਼ਜ਼ ਜਿਹੜਾ ਮਤਲਬ ਲਫ਼ਜ਼ ਹੈ ਉਹਦਾ ਮੈਂ ਲਿਆ ਸੈਂਸ ਕੇ ਕਿਸੇ ਗੱਲ ਦਾ ਮੀਨਿੰਗ ਰੀਜ਼ਨ ਤੇ ਚਾਹਵਾਨ ਜਿਹੜਾ ਤਾਲਬ ਹੈ ਉਹ ਤਲਾਸ਼ ਕਰਨ ਵਾਲਾ ਹੈ ਤਾਲਬ ਜਿੱਦਾਂ ਆਪਾਂ ਤਾਲਿਬੇ ਇਲਮ ਕਹਿੰਦੇ ਆ ਚਾਹਵਾਨ ਜਿਹੜਾ ਉਸ ਮੀਨਿੰਗ ਦੀ ਤਲਾਸ਼ ਵਿੱਚ ਮਤਲਬ ਮੀਨਿੰਗ ਤਾਲਬ ਉਸ ਦੀ ਤਲਾਸ਼ ਵਿੱਚ ਇਸ ਦੁਨੀਆ ਵਿੱਚ ਹਰ ਕੋਈ ਇੱਕ ਰੀਜ਼ਨ ਫॉर ਐਗਜ਼ਿਸਟੈਂਸ ਦੀ ਤਲਾਸ਼ ਵਿੱਚ ਹੈ ਮੇਰੇ ਇਸ ਦੁਨੀਆ ਵਿੱਚ ਮੇਰੀ ਹੋਂਦ ਦਾ ਮਤਲਬ ਯਾਨੀ ਮੀਨਿੰਗ ਹੈ ਪਰ ਉਹ ਕੀ ਹੈ ਕੋਈ ਮਤਲਬ ਹੈ ਮੈਂ ਹਾਂ ਇਸ ਦਾ ਕੀ ਮਤਲਬ does my life have a meaning yes my life has a meaning but I have to find that meaning ਇਸ ਕਾਇਨਾਤ ਦੀ ਹਰ ਸ਼ੈ ਇੱਕ ਉਸਦਾ ਅਹਿਮ ਹਿੱਸਾ ਹੈ ਉਸ ਤੋਂ ਵੱਖ ਨਹੀਂ ਔਰ ਉਸਦਾ ਕੋਈ ਨਾ ਕੋਈ ਮਕਸਦ ਹੈ ਤੇ ਜੇ ਉਹ ਆਪਣੀ ਹੋਂਦ ਦਾ ਮਤਲਬ ਯਾਨੀ ਕਿ ਮੀਨਿੰਗ ਸਮਝ ਜਾਵੇ ਤੇ ਉਹ ਮੁਕੰਮਲ ਹੋ ਜਾਂਦਾ ਹੈ ਜਾਗਰੂਕ ਹੋ ਜਾਂਦਾ ਹੈ ਫਕੀਰ ਦਾ ਮਤਲਬ ਜਿਸ ਉੱਤੇ ਦੁਨੀਆ ਮੇਰੇ ਵੱਲੋਂ ਜਿਸ ਉੱਤੇ ਦੁਨੀਆਦਾਰੀ ਦਾ ਕੋਈ ਬੋਝ ਨਹੀਂ ਉਹ ਫਕੀਰ ਹੈ ਮਲੰਗ ਹੈ ਜਿਸ ਦੀ ਸੋਚ ਔਰ ਸਮਝ ਉੱਤੇ ਪੋਜੈਸ਼ਨਸ ਜਾਂ ਲੁਕਾਈ ਦੇ ਆਪਣੇ ਮਤਲਬ ਲਈ ਬਣਾਏ ਦਿਸ ਇਜ਼ ਦੀ ਅਦਰ ਮਤਲਬ ਖੁਦਗਰਜ਼ੀ ਦੇ ਮਤਲਬ ਇੱਥੇ ਲਾਲਚ ਆ ਗਿਆ ਦੀ ਕੋਈ ਗਰਦ ਨਹੀਂ ਸੋ ਜੋ ਫਕੀਰ ਹੈ ਉਹ ਜਿਸ ਦੀ ਸੋਚ ਔਰ ਸਮਝ ਉੱਤੇ ਪੋਜੈਸ਼ਨਸ ਜਾਂ ਲੁਕਾਈ ਦੇ ਆਪਣੇ ਮਤਲਬ ਦੀ ਕੋਈ ਗਰਦ ਨਹੀਂ ਉਹ ਇਹ ਗੱਲ ਬਖੂਬੀ ਸਮਝਦਾ ਹੈ ਹਰ ਸ਼ੈ ਇਸ ਨੇਚਰ ਦੇ ਵਿੱਚ ਇੱਕ ਅਸੂਲ ਦੇ ਤਹਿਤ ਮੌਜੂਦ ਹੈ ਉਹਦਾ ਹੋਣਾ ਔਰ ਆਪਣਾ ਮਕਸਦ ਪੂਰਾ ਹੋਣ ਤੋਂ ਬਾਅਦ ਵਾਪਸ ਨੇਚਰ ਵਿੱਚ ਹੀ ਖਤਮ ਹੋ ਜਾਣਾ ਲੀਨ ਹੋ ਜਾਣਾ ਹਰ ਚੀਜ਼ ਦੇ ਪਿੱਛੇ ਇੱਕ ਰੀਜ਼ਨ ਇੱਕ ਮਾਇਨਾ ਹੈ ਫॉर ਐਗਜ਼ਿਸਟੈਂਸ ਔਰ ਜੋ ਇਹ ਸਮਝ ਜਾਂਦੇ ਨੇ ਉਹ ਇਸ ਨੇਚਰ ਨੂੰ ਗੁਰੂ ਮਤਲਬ ਸਭ ਤੋਂ ਵੱਡਾ ਸਭ ਤੋਂ ਸ੍ਰੇਸ਼ਟ ਉੱਤਮ ਸਮਝ ਕੇ ਪੂਜਦੇ ਨੇ ਪਰ ਜੋ ਅਸੀਂ ਕੁਝ ਹੋਰ ਵੀ ਕਾਫੀਆਂ ਵਿੱਚ ਵੇਖਿਆ ਹੈ ਕਿ ਸ਼ਾਹ ਹੁਸੈਨ ਇੱਕ ਲਫ਼ਜ਼ ਨੂੰ ਦੋ ਮਾਨਿਆਂ ਨਾਲ ਵਰਤਦੇ ਨੇ ਹੁਣ ਉਹ ਇਸ ਨੂੰ ਖੁਦਗਰਜ਼ੀ ਸਵਾਰਥੀ ਦੇ ਰੂਪ ਵਿੱਚ ਵੀ ਵਰਤਦੇ ਨੇ ਕਿ ਕੁਝ ਲੋਕ ਸਾਰੇ ਕਰਮ ਜੋ ਕਰਦੇ ਨੇ ਕੁਝ ਵਾਪਸ ਪਾਉਣ ਦੀ ਗਰਜ਼ ਨਾ ਕਰਦੇ ਨੇ ਪਾਉਂਦੇ ਨੇ ਖਵਾਉਂਦੇ ਨੇ ਉਹ ਕੁਝ ਵਾਪਸ ਪਾਉਣ ਦੀ ਗਰਜ਼ ਨਾ ਕਰਦੇ ਨੇ ਜੇ ਆਪ ਆਪਣੇ ਸਮਾਜ ਵਿੱਚ ਹੀ ਜੇ ਛੱਡ ਪਾਓ ਹਰ ਰਿਸ਼ਤੇ ਜੇ ਝਾਤ ਪਾਓ ਜੇ ਤੁਸੀਂ ਆਪਣੇ ਸਮਾਜ ਵਿੱਚ ਹੀ ਝਾਤ ਪਾਓ ਤੇ ਹਰ ਰਿਸ਼ਤੇ ਦੇ ਪਿੱਛੇ ਕੁਝ ਖੁਦਗਰਜ਼ੀ ਹੈ ਤੁਸੀਂ ਮਾਂ ਪੁੱਤ ਦਾ ਰਿਸ਼ਤਾ ਜੋ ਸਭ ਤੋਂ ਮਹਾਨ ਮੰਨਿਆ ਜਾਂਦਾ ਹੈ ਉਸਨੂੰ ਜੇ ਡਾਇਸੈਕਟ ਕਰਕੇ ਵੇਖੋ ਪਹਿਲਾਂ ਤੇ ਮਾਂ ਦਾ ਰਿਸ਼ਤਾ ਸੈਲਫਲੈਸ ਹੁੰਦਾ ਹੈ ਜਦ ਬੱਚਾ ਉਸ ਤੇ ਬਿਲਕੁਲ ਨਿਰਭਰ ਡਿਪੈਂਡੈਂਟ ਹੁੰਦਾ ਹੈ ਫਿਰ ਹੌਲੀ ਹੌਲੀ ਉਸ ਵਿੱਚ ਗਰਜ਼ ਸ਼ਾਮਿਲ ਹੁੰਦੀ ਹੈ ਕਿ ਇੱਕ ਦਿਨ ਇਹ ਮੇਰਾ ਸਹਾਰਾ ਬਣੇਗਾ ਔਰ ਬਾਲ ਵੀ ਖੁਦਗਰਜ਼ ਹੈ ਜਦ ਤੱਕ ਉਹ ਆਪਣੀ ਐਗਜ਼ਿਸਟੈਂਸ ਲਈ ਮਾਂ ਤੇ ਡਿਪੈਂਡੈਂਟ ਹੈ ਮਾਂ ਹੀ ਉਸਦੀ ਦੁਨੀਆ ਹੈ ਫਿਰ ਜਦ ਉਹ ਵੱਡਾ ਹੁੰਦਾ ਹੈ ਤੇ ਲੋੜ ਨਹੀਂ ਰਹਿੰਦੀ ਤੇ ਫਿਰ ਪੱਲਾ ਛੁਡਾਉਂਦਾ ਹੈ ਸ਼ਾਹ ਹੁਸੈਨ ਫਰਮਾਉਂਦੇ ਨੇ ਕਿ ਜਿਸਨੇ ਖੁਦਗਰਜ਼ੀ ਦਾ ਮਤਲਬ ਛੱਡ ਕੇ ਔਰ ਆਪਣੀ ਹੋਂਦ ਦਾ ਅਸਲੀ ਮਤਲਬ ਸਮਝ ਲਿਆ ਉਹੀ ਸਭ ਤੋਂ ਉੱਤਮ ਹੈ ਉਹੀ ਇਮੈਂਸੀਪੇਟਡ ਹੈ I think I kind of looked at it this way ਮਿਹਰਬਾਨੀ ਜੀ ਮਰਜੀ ਹਾਂਜੀ ਅੱਛਾ ਤੁਸੀਂ ਸ਼ੁਰੂ ਕਰੋ ਆਪਣੇ ਗੌਰ ਸਾਹਿਬ ਚਲੋ ਮੈਂ ਕਰ ਦਿੰਦਾ ਅੱਛਾ ਮੈਨੂੰ ਵੀ ਜ਼ਿਆਦਾ ਇਹੀ ਇਹਦੇ ਚ ਜਿਹੜੀ ਮਤਲਬ ਜਿਹੜਾ ਉਹਦਾ ਆਖਰੀ ਹੈ ਨਾ ਲਾਈਨ ਕਹੇ ਹੁਸੈਨ ਜਿਨ ਮਤਬਲ ਛੋੜਿਆ ਸੋ ਮੀਰਨ ਸਰ ਮੇਰਾ ਕਿ ਜਿਹਨੇ ਮਤਲਬ ਖੁਦਗਰਜ਼ੀ ਵੀ ਕਿਹਾ ਜਾ ਸਕਦਾ ਹੈ ਜਾਂ ਉਹ ਚਲੋ ਗੱਲ ਉਹਦੇ ਤੇ ਕਰਨੇ ਉਹਨੂੰ ਛੱਡ ਦਿੱਤਾ ਉਹ ਮੇਰਾ ਸਰਦਾਰ ਹੈ ਉਹ ਮੇਰਾ ਗੁਰੂ ਹੈ ਉਹ ਮੇਰਾ ਰਹਿਨੁਮਾ ਹੈ ਜਾਂ ਉਹਨੂੰ ਮੈਂ ਅੱਛਾ ਸਮਝਦਾ ਦੁਨੀਆ ਤਾਲਬ ਮਤਲਬ ਦੀ ਗੱਲ ਸੁਣ ਵੋ ਫਕੀਰਾ
ਇਹ ਤੇ ਬੜੀ ਯੂਨੀਵਰਸਲ ਟਰੂਥ ਹੈ ਨਾ ਕਿ ਦੁਨੀਆ ਇਸੇ ਤਰ੍ਹਾਂ ਹੀ ਮਤਲਬ ਜਿਹੜੀ ਸੋਚ ਹੈ ਉਹ ਦੋ ਤਰ੍ਹਾਂ ਚੱਲਦੀ ਹੈ, ਇੱਕ ਮਤਲਬ ਦੇ ਤਹਿਤ ਤੇ ਇੱਕ ਦੂਸਰੇ ਤਰੀਕੇ ਨਾਲ ਕਿ ਜਿਹੜਾ ਬੰਦਾ ਸਮਝ ਲੈਂਦਾ ਹੈ ਕਿ ਮਤਲਬ ਦੀ ਜਿਹੜੀ ਦੁਨੀਆ, ਜਿਹੜੀ ਐਕਸਟਰੋਵਰਟ ਲਾਈਫ ਹੈ, ਉਹਦੇ ਵਿੱਚ ਜਿਹੜੀ ਐਕਸਟਰੋਵਰਟ ਫੀਲਿੰਗ ਨੇ, ਜਿਹੜੀਆਂ ਅਸੀਂ ਟ੍ਰੈਡੀਸ਼ਨਸ ਅਚੀਵ ਕਰਨੇ ਆ, ਜਿਹੜੀ ਅਸੀਂ ਨੌਲੇਜ ਗੇਨ ਕਰਨੇ, ਉਹ ਅਸੀਂ ਜਿਹੜੀ ਨਜ਼ਰ ਆਉਣ ਵਾਲੀਆਂ ਚੀਜ਼ਾਂ ਤੋਂ, ਜਿਹੜੇ ਸਾਡੇ 5 ਹਵਾਸ ਨੇ ਜਿਨ੍ਹਾਂ ਤੋਂ ਅਸੀਂ ਲਰਨ ਕਰਨੇ ਆ, ਉਹਨਾਂ ਤੋਂ ਜੋ ਅਸੀਂ ਲਰਨ ਕਰਨੇ ਉਹ ਤੇ ਇਹੀ ਆਉਂਦਾ ਕਿ ਮਤਲਬ ਆਵੇ ਮਤਲਬ ਜਾਵੇ, ਮਤਲਬ ਪੂਜੇ ਗੁਰ ਪੀਰਾ, ਕਿਉਂਕਿ ਉਹਦੇ ਤੋਂ ਅਸੀਂ ਆਪਣੀ ਜਿਹੜੀ ਉਹ ਇੱਕ ਇੰਸਟੈਂਟੇਨੀਅਸ ਗਰੋਥ ਹੈ ਜਾਂ ਇੰਸਟੈਂਟੇਨੀਅਸ ਹੋਂਦ ਹੈ, ਉਹਨੂੰ ਬਿਹਤਰ ਜਾਂ ਆਪਣੇ ਵਜੂਦ ਨੂੰ ਬਿਹਤਰ ਸਮਝਣ ਦੇ ਵਾਸਤੇ ਜਾਂ ਆਪਣੇ ਉਸ ਟਾਈਮ ਨੂੰ ਬਿਹਤਰ ਸਮਝਣ ਵਾਸਤੇ ਅਸੀਂ ਮਤਲਬ ਉਸ ਐਕਸਟਰੋਵਰਟ ਲਾਈਫ ਵਿੱਚ ਚਲੇ ਜਾਂਦੇ ਹਾਂ ਔਰ ਉਹਨਾਂ ਜਿਹੜੀਆਂ ਮਤਲਬ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਅਡਾਪਟ ਕਰਨੇ ਆ, ਜਿਹੜੀਆਂ ਮੁਆਸ਼ਰੇ 'ਚ ਪ੍ਰੀਵੇਲਿੰਗ ਟ੍ਰੈਡੀਸ਼ਨ ਦੇ ਮੁਤਾਬਕ ਚੰਗੀਆਂ ਸਮਝੀਆਂ ਜਾਂਦੀਆਂ ਜਾਂ ਉਹ ਉਹਨਾਂ ਨੂੰ ਬਿਹਤਰ ਬਣਾਉਂਦੀਆਂ ਨੇ। ਔਰ ਇਹ ਆਮ ਜ਼ਿੰਦਗੀ ਦਾ ਤਾਂ ਇਹੀ ਤਰੀਕਾ ਹੈ ਕਿ ਅਸੀਂ ਇਨਸਾਨ ਮਤਲਬ ਉਹ ਜਿਹੜੀਆਂ ਟ੍ਰੈਡੀਸ਼ਨ ਉਹਨਾਂ ਨੂੰ ਫਾਲੋ ਕਰਦੇ ਹੋਏ ਉਹਨਾਂ ਖਾਹਿਸ਼ਾਂ ਨੂੰ, ਉਹਨਾਂ ਡ੍ਰੀਮਸ ਨੂੰ, ਉਹਨਾਂ ਸੋਚਾਂ ਨੂੰ, ਉਹਨਾਂ ਖਿਆਲਾਤ ਨੂੰ, ਉਹਨਾਂ ਤਜਰਬਾਤ ਨੂੰ ਅੱਗੇ ਰੱਖਦੇ ਹੋਏ ਅਸੀਂ ਉਹ ਪਹਿਨ ਲੈਂਦੇ ਹਾਂ, ਉਹ ਪਹਿਨਨੇ ਉਹ ਆ ਜਿਹੜਾ ਉਸ ਤੋਂ ਲਰਨ ਕਰਨੇ ਆ। ਅਸੀਂ ਜਦੋਂ ਕਿਸੇ ਨੂੰ ਕੋਈ ਮਤਲਬ ਇਹ ਤਾਂ ਵੈਸੇ ਟਿਪੀਕਲੀ ਮਾਨੇ 'ਚ ਕਿਹਾ ਜਾਂਦਾ ਕਿ ਅਸੀਂ ਖਿਲਾਉਂਦੇ ਵੀ ਮਤਲਬ ਆਸ ਹਾਂ, ਲੇਕਿਨ ਵਾਈਡਰ ਸੈਂਸ ਇਹ ਹੈ ਕਿ ਮਤਬਲ ਪੋائے ਨੀਰਾ ਮਤਬਲ ਖਿਲਾਵੇ, ਉਹ ਇਹ ਅਸੀਂ ਜਿਹੜੀਆਂ ਆਪਣੀਆਂ ਐਕਸ਼ਨਸ ਕਰਨੇ ਇਹਨਾਂ ਸੋਚਾਂ ਦੇ ਤਹਿਤ, ਉਹ ਸਾਰੇ ਦਿਖਾਵੇ ਦੇ ਹੁੰਦੇ ਨੇ ਔਰ ਉਹ ਮਤਲਬੀ ਹੁੰਦੇ ਨੇ, ਲੇਕਿਨ ਉਹ ਜਿਹੜੀ ਨੇਚਰ ਦੀ ਜਿਹੜੀ ਇੱਕ ਨੇਚਰ ਦਾ ਜਿਹੜਾ ਇੱਕ ਪ੍ਰੋਸੈਸ ਹੈ ਉਹਦਾ ਹਿੱਸਾ ਨਹੀਂ ਨੇ, ਕਿਉਂਕਿ ਉਹ ਤਾਂ ਇੱਕ ਇੰਸਟੈਂਟੇਨੀਅਸ ਚੀਜ਼ ਹੈ। ਜਿਹੜਾ ਨੇਚਰ ਦਾ ਆਪਣਾ ਪ੍ਰੋਸੈਸ ਹੈ ਉਹ ਉਹਦੇ ਤੋਂ ਡਿਫਰੈਂਟ ਹੈ। ਔਰ ਇਹ ਹੀ ਲਰਨ ਕਰਨਾ ਕਿ ਜਿਹੜਾ ਖੁਦਗਰਜ਼ੀ ਔਰ ਜਾਂ ਜਿਹੜੀ ਇੱਕ ਐਕਸਟਰੋਵਰਟ ਹੋਣਾ, ਜਾਂ ਐਕਸਟਰੋਵਰਟ ਬੈਡ ਮਾਨਿਆਂ 'ਚ ਅਗਰ ਲਿਆ ਜਾਏ ਤਾਂ ਵਰਨਾ ਅੱਛਾ ਵੀ ਹੁੰਦਾ ਹੈ, ਲੇਕਿਨ ਅਸੀਂ ਜਿਹੜੀ ਟ੍ਰੈਡੀਸ਼ਨਸ ਨੂੰ ਫਾਲੋ ਕਰੀ ਜਾ ਰਹੇ ਹੁੰਦੇ ਹਾਂ ਅੰਨ੍ਹੇਵਾਹ, ਉਹ ਉਹਨਾਂ ਨਾਲ ਉਹ ਉਸ ਕੁਦਰਤ ਦੇ ਉਸ ਪ੍ਰੋਸੈਸ ਨੂੰ ਮੈਚ ਨਹੀਂ ਕਰਦੇ ਜਾਂ ਉਹਦੇ ਮੁਤਾਬਕ ਨਹੀਂ ਹੈ। ਜਿਹੜਾ ਕੁਦਰਤ ਦਾ ਪ੍ਰੋਸੈਸ ਜਿਹਦੇ 'ਚ ਬੰਦਾ ਆਉਂਦਾ ਉਹਦਾ ਇੱਕ ਮਕਸਦ ਹੁੰਦਾ ਹੈ ਔਰ ਉਹਨੇ ਪ੍ਰੋਸੈਸ ਤੋਂ ਗੁਜ਼ਰ ਕੇ ਖਤਮ ਹੋ ਜਾਣਾ, ਫਿਰ ਨੇਚਰ 'ਚ ਚਲੇ ਜਾਣਾ। ਮਜ਼ਹਬ ਵਿੱਚ ਚਲੇ ਜਾਓ ਤੇ ਉਹਦਾ ਵੀ ਅੱਗੇ ਚੰਗਾ ਬੁਰਾ ਹੈ, ਲੇਕਿਨ ਨੇਚਰ 'ਚ ਹੀ ਚਲੇ ਜਾਣਾ। ਤੇ ਉਹ ਸ਼ਾਹ ਹੁਸੈਨ ਇਹ ਕਹਿੰਦਾ ਕਿ ਉਹ ਮੇਰਾ ਸਰਦਾਰ ਹੈ, ਉਹ ਮੇਰਾ ਗੁਰੂ ਹੈ, ਉਹ ਮੇਰਾ ਉਸਤਾਦ ਹੈ, ਜਿਹੜਾ ਮੈਨੂੰ ਇਹ ਦੱਸਦਾ ਹੈ ਕਿ ਹੁਸੈਨ ਜਿਨ ਮਤਬਲ ਛੋੜਿਆ, ਕਿ ਜਿਹਨੇ ਜਿਹੜੀਆਂ ਟ੍ਰੈਡੀਸ਼ਨਸ ਨੇ ਪ੍ਰੀਵੇਲਿੰਗ, ਜਿਹਨੇ ਉਹ ਜਿਹੜੀਆਂ ਟੈਬੂਸ ਨੇ ਉਹਨਾਂ ਨੂੰ ਛੱਡ ਦਿੱਤਾ, ਉਹ ਮੇਰਾ ਸਰਦਾਰ ਹੈ, ਉਹ ਮੇਰਾ ਮੈਂ ਉਹਨੂੰ ਮੰਨਾਂਗਾ, ਉਹ ਮੇਰਾ ਗੁਰੂ ਹੈ। ਤੇ ਉਹ ਫਿਰ ਇੱਥੇ ਉਹੀ ਨਾਰਮਲੀ ਜਿਸ ਤਰ੍ਹਾਂ ਉਹ ਕਰਦੇ ਨੇ ਕਿ ਗੱਲ ਕਹਿੰਦੇ ਨੇ ਕਿ ਵੀ ਜਿਹੜੀ ਭੇਡ ਚਾਲ ਹੈ ਉਹ ਸਕਸੈਸ ਨਹੀਂ ਹੈ, ਬਲਕਿ ਜਿਹੜੀ ਕੁਦਰਤ ਦਾ ਪ੍ਰੋਸੈਸ ਹੈ ਉਹਨੂੰ ਲਰਨ ਕਰਕੇ ਬੰਦਾ ਫਿਰ ਜਿਹੜਾ ਨਾ ਕਾਮਯਾਬੀ ਦੀ ਤਰਫ ਜਾਂਦਾ। ਹਾਂਜੀ, ਅੱਗੇ ਮੈਂ ਕੁਛ ਐਡ ਕਰਾਂ ਜੀ। ਮੇਰਾ ਜੋ ਸ਼ਾਹ ਹੁਸੈਨ ਦੀ ਜਿਹੜੀ ਕਾਫੀ ਹੈ, ਇਸ ਦੁਨੀਆ ਦੇ ਵਿੱਚ ਮਤਲਬ ਬਾਰੇ, ਜਾਂ ਮੈਂ ਇਹਦਾ ਮਤਲਬ ਲਿਆ ਗਰਜ਼, ਖੁਦ ਗਰਜ਼ੀ, ਪਰਸਨਲ ਜਿਹਦੇ 'ਚ ਤੁਹਾਨੂੰ ਕੋਈ ਬੈਨੀਫਿਟ ਹੁੰਦਾ, ਜਾਂ ਸੈਲਫਿਸ਼ਨੈਸ ਦੇ ਪੁਆਇੰਟ ਆਫ ਵਿਊ ਦੇ ਨਾਲ ਇਹਨੂੰ ਮੈਂ ਮਤਲਬ ਲਫ਼ਜ਼ ਨੂੰ ਲਿਆ ਹੈਗਾ। ਅਸੀਂ ਜੇ ਦੇਖੀਏ ਤੇ ਦੁਨੀਆ ਵਿੱਚ ਦੇਖੋ, ਹਰ ਜੀਵ, ਹਰ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਇਹੀ ਹੈ ਕਿ ਉਸ ਨੇ ਆਪਣੀ ਹੋਂਦ ਨੂੰ, ਆਪਣੀ ਐਗਜ਼ਿਸਟੈਂਸ ਨੂੰ ਕਾਇਮ ਰੱਖਣਾ। ਇਸ ਤੋਂ ਵੱਡੀ ਹੋਰ ਕੋਈ ਗਰਜ਼ ਨਹੀਂ, ਕੋਈ ਹੋਰ ਲੋੜ ਨਹੀਂ ਕਿ ਉਹਨੇ ਆਪਣੀ ਸਿਰਫ ਹੋਂਦ ਨੂੰ ਹੀ, ਐਗਜ਼ਿਸਟੈਂਸ ਨੂੰ ਹੀ ਕਾਇਮ ਰੱਖਣਾ। ਸਰਵਾਈਵਲ ਦੇ ਲਈ ਦੇਖੋ, ਇੱਕ ਤਾਂ ਸਾਨੂੰ ਬੇਸਿਕ ਨੀਡਸ ਨੇ ਜਿਹੜੀਆਂ ਕਿ ਫੂਡ ਹੈ, ਸ਼ੈਲਟਰ ਹੈ, ਪ੍ਰੋਟੈਕਸ਼ਨ ਹੈ, ਪ੍ਰੋਪੀਗੇਸ਼ਨ ਹੈ, ਇਹਨਾਂ ਚੀਜ਼ਾਂ ਦੀ ਲੋੜ ਹੈ। ਇਹਨਾਂ ਬੇਸਿਕ ਨੀਡਸ ਦੇ ਵਿੱਚੋਂ ਹੀ ਫਿਰ ਗਰਜ਼ਾਂ ਪੈਦਾ ਹੁੰਦੀਆਂ ਨੇ। ਜੇ ਗਰਜ਼ਾਂ ਕਹੋ ਜਾਂ ਮਤਲਬ ਪੈਦਾ ਹੁੰਦੇ ਨੇ ਕਿ ਇਹਨਾਂ ਗਰਜ਼ਾਂ ਦੇ ਨਾਲ ਹੀ ਫਿਰ ਦੁਨੀਆ ਦੇ ਜ਼ਿੰਦਗੀ ਦੇ ਸਾਰੇ ਕੰਮਕਾਰ ਚੱਲਦੇ ਨੇ। ਹਰ ਇੱਕ ਨੂੰ ਇੱਕ ਦੂਜੇ ਦੇ ਨਾਲ ਗਰਜ਼ਾਂ ਨੇ। ਸ਼ਾਹ ਹੁਸੈਨ ਕਹਿੰਦੇ ਨੇ ਕਿ
ਤੂੰ ਇਹਨਾਂ ਗਰਜ਼ਾਂ ਨੂੰ ਇਹਨਾਂ ਨੂੰ ਛੱਡ। ਉਹ ਫਕੀਰਾ ਇਹਨਾਂ ਤੋਂ ਉੱਠ ਕੇ ਸਭ ਤੋਂ ਅਮੀਰ ਉਹੀ ਆਦਮੀ ਹੈ ਜੋ ਇਹਨਾਂ ਸੈਲਫਿਸ਼ ਖੁਦਗਰਜ਼ੀਆਂ ਨੂੰ ਛੱਡ ਕੇ ਅੱਗੇ ਨਿਕਲ ਜਾਂਦਾ ਹੈ। ਉਹ ਅਸਲੀ ਫਕੀਰ ਹੈ। ਅੱਛਾ, ਇੱਥੇ ਮੈਂ ਇਹ ਵੀ ਗੱਲ ਦੱਸ ਦਿਆਂ ਕਿ ਜੋ ਫਕੀਰ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਸੈਲਫਿਸ਼ਨੈਸ ਦਾ, ਗਰਜ਼ਾਂ ਦਾ ਮਤਲਬ ਹੁੰਦਾ। ਫਕੀਰਾਂ ਦਾ ਮਤਲਬ ਉਹਨਾਂ ਦੀ ਗਰਜ਼ ਤਾਂ ਇਹ ਹੁੰਦੀ ਹੈ ਕਿ ਉਹਨਾਂ ਨੇ ਰੱਬ ਦੇ ਨਾਲ ਮਿਲਣਾ ਜਾਂ ਮੋਕਸ਼ ਪਾਉਣਾ, ਪਰ ਫਕੀਰ ਦੀ ਇਹ ਸਾਰਿਆਂ ਕੁਝ ਛੱਡਣ ਤੋਂ ਬਾਅਦ ਵੀ, ਦੁਨੀਆ ਛੱਡ ਦਿੱਤੀ, ਬਾਕੀ ਸਭ ਕੁਝ ਛੱਡ ਦਿੱਤਾ, ਫਿਰ ਵੀ ਆਪਣੇ ਮਤਲਬ ਲਈ ਜਿਹੜੇ ਫਕੀਰ ਨੇ, ਪਿੰਡਾਂ ਦੀਆਂ ਜਨਾਨੀਆਂ ਤੋਂ ਰੋਟੀ ਟੁੱਕ ਮੰਗਣਾ, ਉਹਨਾਂ ਦੀ ਉਡੀਕ ਕਰਨੀ ਕਿ ਕੋਈ ਸਾਨੂੰ ਦੇ ਜਾਏ, ਇਹਦੇ ਵਿੱਚ ਵੀ ਉਹਨਾਂ ਦੀ ਗਰਜ਼ ਹੈ। ਜ਼ਿੰਦਾ ਰਹਿਣ ਦੇ ਲਈ ਉਹਨਾਂ ਦੀ ਗਰਜ਼ ਹੈ, ਉਹਨਾਂ ਦਾ ਮਤਲਬ ਹੈ ਕਿ ਸੋ ਫਕੀਰੀ ਦੇ ਵਿੱਚ ਵੀ ਅੰਤ ਦੇ ਵਿੱਚ ਤੁਹਾਨੂੰ ਗਰਜ਼ਾਂ ਤੋਂ ਛੁਟਕਾਰਾ ਨਹੀਂ ਹੁੰਦਾ। ਜੇ ਇਸੇ ਫਿਲਾਸਫੀ ਨੂੰ ਮੈਂ ਦੂਸਰੇ ਪੁਆਇੰਟ ਆਫ ਵਿਊ ਦੇ ਨਾਲ ਦੇਖਾਂ, ਉਹ ਇਹ ਹੈ ਕਿ ਯੋਗੀਆਂ, ਸਿੱਧਾਂ, ਫਕੀਰਾਂ ਦੇ ਨਾਲ ਗਿਆਨ ਗੋਸ਼ਟੀ ਕਰਨ ਤੋਂ ਬਾਅਦ ਬਾਬੇ ਨਾਨਕ ਨੇ ਜੋ ਫਿਲਾਸਫੀ ਐਡਵਾਂਸ ਕੀਤੀ ਹੈ, ਉਹਨਾਂ ਨੇ ਇਹ ਕਿਹਾ ਕਿ ਦੁਨੀਆ ਦੇ ਵਿੱਚ ਮਤਲਬ ਤੇ ਗਰਜ਼ਾਂ ਦੇ ਵਿੱਚ ਰਹਿ ਕੇ ਹੀ, ਲੋਕਾਂ ਨਾਲ ਰਲ ਮਿਲ ਕੇ ਹੀ ਮੁਕਤੀ ਜਾਂ ਮੋਕਸ਼ ਪਾਉਣਾ ਜਾਂ ਕੁਦਰਤ ਨੂੰ ਮਿਲਣ ਦਾ ਇਹ ਤਰੀਕਾ, ਇਹ ਉਹਨਾਂ ਦੀ ਫਿਲਾਸਫੀ ਸੀ ਕਿ ਤੁਸੀਂ ਬਿਲਕੁਲ ਛੱਡਣਾ ਛਡਾਉਣਾ ਨਹੀਂ, ਵਿੱਚ ਹੀ ਰਹਿ ਕੇ ਗਰਜ਼ਾਂ ਦੇ ਸਾਰਾ ਕੁਝ ਕਰਨਾ। ਹੁਣ ਜਿੱਦਾਂ ਅਸੀਂ ਸਭ ਪਾਸੇ ਦੇਖਦੇ ਹਾਂ ਕਿ ਸਾਡੇ ਯੂਨੀਵਰਸ ਜਿਹੜਾ ਆ, ਕੁਦਰਤ ਆ ਜਿਹੜੀ ਆ, ਸਾਰੀ ਦੀ ਸਾਰੀ ਸਿੰਬਾਇਸਿਸ ਚ ਰਹਿੰਦੀ ਆ। ਹਰ ਕੁਦਰਤ ਦੇ ਵਿੱਚ ਇੰਟਰਡਿਪੈਂਡੈਂਸ ਹੈ। ਇੱਕ ਕੁਦਰਤ ਦੇ ਹਿੱਸੇ ਨੂੰ ਦੂਸਰੇ ਚੀਜ਼ਾਂ ਦੇ ਨਾਲ ਮਤਲਬ ਹੈ, ਗਰਜ਼ ਹੈ, ਰਲ ਮਿਲ ਕੇ ਇੱਕ ਦੂਜੇ ਦੇ ਨਾਲ, ਕਿਸੇ ਤੋਂ ਲੈ ਕੇ ਕਿਸੇ ਨੂੰ ਦੇ ਕੇ ਆਪਣਾ ਆਪਣਾ ਜਿਉਂਦੇ ਰਹਿਣ ਦਾ ਮਕਸਦ ਪੈਦਾ ਕਰੀ ਜਾਂਦੀ ਹੈ ਕੁਦਰਤ। ਸੋ ਮਤਲਬ ਜਾਂ ਗਰਜ਼ ਕੋਈ ਮਾੜੀ ਚੀਜ਼ ਨਹੀਂ, ਇਹਨੂੰ ਬਿਲਕੁਲ ਛੱਡਣ ਦੀ ਲੋੜ ਨਹੀਂ। ਕੁਦਰਤ ਦੇ ਅਸੂਲਾਂ ਦੇ ਵਿੱਚ ਰਹਿ ਕੇ ਹੀ ਆਪਣੀਆਂ ਗਰਜ਼ਾਂ ਨੂੰ ਪੂਰਾ ਕਰਨਾ। ਹਾਂ, ਗਰਜ਼ ਉਦੋਂ ਮਾੜੀ ਚੀਜ਼ ਹੈ ਜਦੋਂ ਤੁਸੀਂ ਕੁਦਰਤ ਦੇ ਅਸੂਲਾਂ ਨੂੰ ਕੱਟ ਕੇ ਐਕਸਟ੍ਰੀਮ ਸੈਲਫਿਸ਼ਨੈਸ ਦਾ ਮੁਜ਼ਾਹਰਾ ਕਰਦੇ ਹੋ। ਰਲ ਮਿਲ ਕੇ ਰਹਿਣ ਦੀ ਬਜਾਏ ਤੁਸੀਂ ਸਭ ਤੋਂ ਅੱਗੇ ਹੋਣ ਦੀ ਕੋਸ਼ਿਸ਼ ਕਰਦੇ ਹੋ। ਉਹ ਗਰਜ਼ਾਂ ਜਿਹੜੀਆਂ ਨੇ, ਉਹ ਮਤਲਬ ਨੇ ਜਿਹੜੇ, ਉਹ ਪਰਸਨਲ ਬੈਨੀਫਿਟਸ ਨੇ ਜਿਹੜੇ, ਉਹ ਮਾੜੇ ਨੇ। ਪਰ ਗਰਜ਼ਾਂ ਹੀ, ਦੁਬਾਰਾ ਸ਼ਾਹ ਨੇ ਵੀ ਕਿਹਾ ਕਿ ਗਰਜ਼ਾਂ ਦੇ ਨਾਲ, ਇਹ ਗਰਜ਼ ਹੈ ਬੜੀ ਪਿਆਰੀ, ਕੋਈ ਸਾਕ ਨਾ ਚੈਨ ਨਾ ਸੰਗਦੇ ਨੇ। ਦੁਨੀਆ ਸਾਰੀ ਗਰਜ਼ਾਂ ਨਾਲ ਹੀ ਚੱਲਦੀ ਹੈ। ਗਰਜ਼ਾਂ ਟੂ ਸਮ ਐਕਸਟੈਂਟ ਦੇ ਆਰ ਗੁੱਡ, ਦੇ ਆਰ ਡਰਾਈਵਿੰਗ ਦ ਨੇਚਰ, ਦੇ ਆਰ ਡਰਾਈਵਿੰਗ ਦ ਯੂਨੀਵਰਸ, ਦੇ ਆਰ ਡਰਾਈਵਿੰਗ ਦ ਵਰਲਡ। ਔਰ ਸਾਡੀ ਦੁਨੀਆ ਨੂੰ ਇਹੀ ਜ਼ਿੰਦਾ ਰੱਖ ਰਹੇ ਨੇ। ਬਹੁਤ ਮਿਹਰਬਾਨੀ। I loved your interpretation, Amarjiji. I just wanted to add, I love the rhythm of this Kafi, and I'm interested to see how Dr. Manzur sings this. But I love the play on the word Matlab and Mutbel. And my question is to Sangat that is this a critique on class, do you think? You get what Dr. Manzur said about the first line being for the intellectual and the rest is for the common person. So I don't know, I just had that question in my head. Yeah. Can I answer that? Yes, please. ਜਿਹੜਾ ਮਤਬਲ ਤੇ ਮਤਲਬ ਆ, my dad always said ਮਤਬਲ ਤੇ ਲਿਖਤੀ ਰੂਪ ਚ ਮਤਲਬ ਆ। I think it probably is a class, or the way words change over time. ਜਿੱਦਾਂ ਸਟੈਂਡਰਡ ਹੁੰਦੇ ਆ, ਲਿਖਣ ਦਾ ਤਰੀਕਾ ਹੁੰਦਾ ਹੈ, ਤੇ ਜਿੱਦਾਂ ਜਿੱਦਾਂ ਫਿਰ ਉਹ ਵਰਡ ਅਡੋਪਟ ਕਰਦੀ ਸੋਸਾਇਟੀ, ਉਹ ਫਿਰ ਚੇਂਜ ਕਰ ਦਿੰਦੀ ਹੈ। ਸੋ ਮੈਂ ਮਤਲਬ ਕਹਿੰਦਾ, ਪਰ ਮੇਰੇ ਡੈਡੀ ਹਮੇਸ਼ਾ ਮਤਬਲ ਕਹਿੰਦਾ ਹੁੰਦਾ ਸੀਗਾ। And he wasn't educated, ਉਹ ਪੜ੍ਹੇ ਲਿਖੇ ਨਹੀਂ ਸੀਗੇ, ਹਨਾ।
ਤੇ ਹੋ ਸਕਦਾ ਕਲਾਸ ਦਾ ਵੀ ਹੋ ਸਕਦਾ ਜਾਂ ਪੜ੍ਹਾਈ ਦਾ ਵੀ ਹੋ ਸਕਦਾ ਜਾਂ ਜਿਸ ਤਰੀਕੇ ਦੇ ਨਾਲ ਹੈ ਨਾ ਲਫ਼ਜ਼ਾਲੀ ਬਦਲ ਜਾਂਦੀ ਹੈ। ਤੇ ਜਿਹੜੀ ਮੇਰੀ ਸਮਝ 'ਚ ਕਾਫੀ ਦੀ ਆਈ ਆ ਇਹ ਮੈਨੂੰ ਇਹ ਲੱਗਦਾ ਕਿ ਦੁਨੀਆ ਜਿੱਦਾਂ ਅਮਰ ਜੀ ਨੇ ਵੀ ਕਿਹਾ ਸੀ ਖੁਦਗਰਜ਼ ਆ, ਸਾਰੇ ਮਤਲਬ ਹੀ ਆ ਜਿਸ ਕਾਫੀ ਦੇ ਤੌਰ ਤੇ ਤੁਸੀਂ ਆਪਣੀ ਜ਼ਿੰਦਗੀ ਦਾ ਮਤਲਬ ਆਪ ਕੱਢਣਾ ਤੇ ਉਸ ਤਰੀਕੇ ਦੇ ਨਾਲ ਜੋ ਤੁਹਾਨੂੰ ਸੱਚਾ ਲੱਗਦਾ ਉਸ ਰਾਹੇ ਪੈਣਾ ਕਰਕੇ ਜਿੱਦਾਂ ਲਿਖਿਆ ਹੀ ਮਤਲਬ ਆਵੇ ਮਤਲਬ ਜਾਵੇ ਮਤਲਬ ਪੂਜੇ ਗੁਰਪੀਰਾ ਮਤਲਬ ਹਰੇਕ ਜੋ ਵੀ ਇਨਸਾਨ ਮੂਹਰੇ ਆਉਂਦਾ ਜ਼ਰੂਰੀ ਨਹੀਂ ਹੈਗਾ ਕਿ ਉਹ ਆਪਣਾ ਹੀ ਭਲਾ ਸੋਚਦਾ ਆ, ਉਹਦੇ ਆਪਣੇ ਵੀ ਮਤਲਬ ਹੁੰਦੇ ਆ। ਤੁਹਾਡੇ ਤੋਂ ਕੀ ਫਾਇਦਾ ਉਹ ਚੱਕ ਸਕਦਾ ਕਿ what advantage you can take from you. So ਮੈਂ ਕਾਫੀ ਜੋ what I'm taking away is that ਤੁਸੀਂ ਆਪਣੀ ਲਾਈਫ ਆਪਣੀ ਜ਼ਿੰਦਗੀ ਦੀ ਮਤਲਬ ਜਿਹੜਾ ਹੈਗਾ ਤੁਸੀਂ ਆਪ ਕੱਢਣਾ ਆਪ ਪਹਿਚਾਨਣਾ ਤੇ focus on what you think is right. ਮੈਨੂੰ ਇਹ ਸਮਝ ਆਈ ਕਾਫੀ ਦੀ। Madiha, about that thing about class, it might be ਕਿ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸ਼ਾਹ ਹੁਸੈਨ says ਕਿ it's prevalent in all, ਜਿਹੜੇ ਕਿ ਵੀ ਮਤਲਬ ਵੀ ਕਹਿੰਦੇ ਨੇ ਔਰ ਜਿਹੜੇ ਮਤਬਲ ਵੀ ਕਹਿੰਦੇ ਨੇ, it is prevalent across the border throughout every class. ਇਹ ਵੀ ਹੋ ਸਕਦਾ ਜੀ। Yeah, no, I like that. But I don't know, there's something about mutbal, it's so cute. I love Yeah. it. I thought it was only my daddy used to say. I didn't realize it's an actual thing that other people say matbal as well. ਸਾਡੇ ਜਿਹੜੇ ਵੱਡੇ ਸਨ ਨਾ ਪਾਕਿਸਤਾਨ ਚ ਵੀ, ਉਹ ਜਿਹੜੇ ਸਕੂਲ ਨਹੀਂ ਗਏ ਜਿਵੇਂ ਗੁਰਦਾਸ ਜੀ ਨੇ ਆਖਿਆ, ਉਹ ਵਾਕਈ ਮਤਬਲ ਕਹਿੰਦੇ ਸਨ। ਉਹ ਬੜਾ ਸੋਹਣਾ ਲੱਗਦਾ ਸੀ ਉਹਨਾਂ ਮੂੰਹ ਸੁਣਨਾ ਨਾ ਕਿ ਜਦੋਂ ਮਤਬਲ ਕਹਿਣਾ ਸਾਊਂਡਡ ਵੈਰੀ ਇਨੋਸੈਂਟ, ਵੈਰੀ ਵੈਰੀ ਪਿਓਰ। ਹਾਂਜੀ ਡਾਕਟਰ ਸਾਹਿਬ ਜੀ ਬੋਲ ਰਹੇ ਨੇ। ਜੀ ਜੀ ਨਹੀਂ ਮੈਂ ਨਹੀਂ ਬੋਲ ਰਿਹਾ ਸਾਂ, ਵੈਸੇ ਮੈਂ ਇਹ ਕਹਿਣ ਲੱਗਾ ਸਾਂ ਕਿ ਇਹ ਇਵੇਂ ਹੀ ਹੈ ਜਿਵੇਂ ਚਾਕੂ ਨੂੰ ਕਾਚੂ ਕਹਿੰਦੇ ਸਨ। ਜੀ ਜੀ ਅਦਰਕ ਨੂੰ ਅਦਕਰ ਅਦਕਰ ਮੇਰੇ ਮੰਮੀ ਨੇ ਯਾਦ ਕਰੇ, ਮੈਂ ਵੀ ਹੁਣ ਅਦਕਰ ਹੀ ਕਹਿ ਦਿੰਦਾ, ਅਦਰਕ ਘੱਟ ਕੇ ਨਾ ਅਦਕਰ ਹੀ ਕਹਿ ਦਿੰਦਾ। Yeah, it sounds so innocent, very innocent, very pure, very pure. ਬਹੁਤ ਅੱਛੇ। ਇਹ ਸਹੀ ਪੰਜਾਬੀ ਆ, ਅਦਕਰ ਤੇ ਮਤਬਲ। ਅੱਛਾ ਜੀ ਮੇਰਾ ਆਪਣਾ ਜ਼ਾਤੀ ਵੀ ਇਹ ਹੈਗਾ ਕਿ ਜਿਹੜੀ ਵਿਚਾਰਧਾਰਾ ਹੈ ਨਾ ਦੁਨੀਆ ਦੀ ਮੋਟੀ ਮੋਟੀ, ਉਹ ਦੋ ਤਰ੍ਹਾਂ ਦੇ ਵਿੱਚ ਵੰਡੀ ਹੈ। ਇੱਕ ਧਿਰ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਆਈਡਲਿਸਟ, ਦੂਸਰੀ ਧਿਰ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਮਟੀਰੀਅਲਿਸਟ ਜਾਂ ਨੈਚੁਰਲਿਸਟ। ਮਸਲਾ ਇਹ ਹੈਗਾ ਕਿ ਜਿਹੜੀ ਆਈਡਲਿਸਟ ਅਪਰੋਚ ਹੈ ਉਹ ਸਿਵਾਏ ਭਗਵਾਨ ਔਰ ਸੁਪਰ ਨੈਚੁਰਲ ਹਸਤੀਆਂ ਤੋਂ ਬਗੈਰ ਐਗਜ਼ਿਸਟ ਨਹੀਂ ਕਰ ਸਕਦੀ। ਉਹ ਇਸ ਦੁਨੀਆ ਨੂੰ ਖੁਦ ਆਪਣੇ ਤੌਰ ਦੇ ਉੱਤੇ ਇੱਕ ਆਬਜੈਕਟ ਮੰਨ ਕੇ ਉਹਦੇ ਉੱਤੇ ਉਹਨੂੰ ਮੁੱਢ ਨਹੀਂ ਮੰਨਦੀ। ਮੈਨੂੰ ਇਹ ਲੱਗਦਾ ਹੈ ਕਿ ਇਸ ਸੰਗਤ ਦੇ ਵਿੱਚ ਅਸੀਂ ਸ਼ਾਹ ਹੁਸੈਨ ਦੀਆਂ ਬਹੁਤ ਸਾਰੀਆਂ ਕਾਫੀਆਂ ਪੜ੍ਹੀਆਂ ਨੇ, ਲੇਕਿਨ ਇਹ ਹੈ ਕਿ ਹੋਇਆ ਇਹ ਹੈ ਕਿ ਅਸੀਂ ਇੱਕ ਆਪਣੀ ਤਰ੍ਹਾਂ ਦਾ ਨੈਰੇਟਿਵ ਬਣਾ ਲਿਆ, ਇੱਕ ਆਪਣੀ ਤਰ੍ਹਾਂ ਦੀ ਆਈਡਲਿਸਟ ਫਿਲਾਸਫੀ ਘੜ ਲਈ ਹੈ ਔਰ ਜੀ ਸਾਰਿਆਂ ਨੇ ਘੜ ਲਈ ਹੈ। ਔਰ ਸਾਡੇ ਸਾਹਮਣੇ ਕੋਈ ਵੀ ਕਾਫੀ ਆਉਂਦੀ ਹੈ ਤੇ ਅਸੀਂ ਉਹ ਜਿਹੜੀ ਸੀਮਿੰਗਲੀ ਨੈਚੁਰਲਿਸਟ ਬਟ ਬੇਸਿਕਲੀ ਆਈਡਲਿਸਟ ਜਿਹੜੀ ਆਈਡੀਆਲੋਜੀ ਹੈ ਉਹਨੂੰ ਅਸੀਂ ਘੜ ਲਿਆ ਤੇ ਉਹਦੇ ਰਾਹੀਂ ਅਸੀਂ ਲਫ਼ਜ਼ਾਂ ਨੂੰ ਤੇ ਬਾਕੀ ਚੀਜ਼ਾਂ ਨੂੰ ਵੇਖਦੇ ਹਾਂ। ਮਤਲਬ ਸਾਨੂੰ ਅਖੀਰ ਦੇ ਉੱਤੇ ਇਹ ਸਾਬਤ ਕਰਨਾ ਹੁੰਦਾ ਹੈ ਕਿ ਇਨਸਾਨ ਜਿਹੜਾ ਹੈ ਉਹ ਕੋਈ ਸਪਿਰਿਚੁਅਲ ਨਿਜਾਤ ਜਾਂ ਸਪਿਰਿਚੁਅਲ ਆਈਡੀਅਲ ਜਿਹੜੇ ਨੇ ਉਹਨਾਂ ਨੂੰ ਲੱਭ ਰਿਹਾ। ਔਰ ਇਹ ਗੱਲ ਸਹੀ ਹੈਗੀ ਹੈ ਕਿ what is the world, ਇਹ ਦੁਨੀਆ ਕੀ ਹੈ?
ਇਹ ਸਵਾਲ ਦਾ ਜਵਾਬ ਫਲਸਫੇ ਦੇ ਵਿੱਚ ਆਪਣਾ ਹੜੱਪਾ ਸਿਵਲਾਈਜੇਸ਼ਨ ਤੋਂ ਲੈ ਕੇ ਤੇ ਕਾਰਲ ਮਾਰਕਸ ਤੱਕ ਸਾਰੇ ਇਸ ਸਵਾਲ ਦਾ ਜਵਾਬ ਦਿੰਦੇ ਆਏ ਨੇ ਕਿ ਇਹ ਦੁਨੀਆ ਹੈ ਕੀ ਹੈ, ਇਹ ਦੁਨੀਆ ਕਿਸ ਸ਼ੈ ਨਾਲ ਬਣੀ ਹੈ। ਸੋ ਅਸੀਂ ਜਦੋਂ ਇਸ ਕਾਫੀ ਨੂੰ ਪੜ੍ਹਨੇ ਆ ਤੇ ਐਕਚੁਅਲੀ ਸ਼ਾਹ ਹੁਸੈਨ ਇਹ ਗੱਲ ਕਹਿਣ ਲਈ ਕਿ ਮੈਂ ਬਹੁਤ ਮੁੱਢਲੀ ਔਰ ਸਾਫ਼ ਗੱਲ ਕਰ ਰਿਹਾ ਹਾਂ, ਗੱਲ ਸੁਣ ਉਹ ਫਕੀਰਾ। ਇਹਦੇ ਵਿੱਚ ਲਫ਼ਜ਼ ਗੱਲ ਜਿਹੜਾ ਹੈ, ਗੱਲ ਸੁਣ ਉਹ ਫਕੀਰਾ, ਇਹ ਗੱਲ ਸੁਣ ਉਹ ਫਕੀਰਾ ਬਹੁਤ ਇੰਪੋਰਟੈਂਟ ਹੈਗਾ, ਕਿਉਂਕਿ ਫਕੀਰ ਜਿਹਨੂੰ ਉਹ ਕਹਿ ਰਿਹਾ ਹੈ ਉਹਨੇ ਇੱਧਰ ਉੱਧਰ ਦੀਆਂ ਬਹੁਤ ਸੁਣੀਆਂ ਨੇ ਇੰਟਰਪ੍ਰੀਟੇਸ਼ਨ, ਤੇ ਉਹਨੂੰ ਇੱਕ ਜਿਹੜੀ ਮੁੱਢਲੀ ਇੰਟਰਪ੍ਰੀਟੇਸ਼ਨ ਕਰਨੀ ਉਹ ਨਹੀਂ ਆਈ। ਦੁਨੀਆ ਤਾਲਬ ਮਤਲਬ ਦੀ, ਮਤਲਬ ਜਿਹੜਾ ਹੈ ਹੁਣ ਮਤਲਬ ਕੀ ਹੈਗਾ, ਆਮ ਜਿਹੜੀ ਮਤਬਲ ਖਾਸ ਤੌਰ ਤੇ ਵਰਤਿਆ ਨਾ ਸ਼ਾਹ ਹੁਸੈਨ ਨੇ, ਤੇ ਮਤਬਲ ਦਾ ਅਗਰ ਮਤਲਬ ਨੂੰ ਤੁਸੀਂ ਸਪਿਰਚੁਅਲ ਵੀ ਲੈ ਲਓ ਤੇ ਜਿਹੜਾ ਮਤਬਲ ਹੈ ਨਾ, ਮਤਬਲ ਦਾ ਤੇ ਮਤਲਬ ਹੀ ਮਟੀਰੀਅਲ ਦੁਨੀਆ ਦਾ ਗੇਨ ਹੈ, ਮਟੀਰੀਅਲ ਲਾਲਚ, ਹਵਸ, ਸ਼ਾਵਾਂ ਦੀ। ਤੇ ਦੁਨੀਆ ਜਿਹੜੀ ਹੈ ਉਹ ਸਾਰੀਆਂ ਚੀਜ਼ਾਂ ਦੀਆਂ ਜਿਹੜੀਆਂ ਖਾਹਿਸ਼ਾਂ ਨੇ ਉਹਨਾਂ ਦਾ ਮਜਮੂਆ ਬਣ ਗਈ ਹੈ। ਦੁਨੀਆ ਤਾਲਬ ਮਤਲਬ ਦੀ, ਮਤਲਬ ਉਹ ਜਿਹੜੀ ਬੇਸਿਕ ਚੀਜ਼ ਉਹਨੂੰ ਬਤੌਰ ਇੱਕ ਐਂਟਿਟੀ ਦੇ ਬਣ ਕੇ ਰੱਖਦੀ ਹੈ, ਉਹ ਇਕਨੋਮਿਕ ਨੀਡ ਹੈ। ਇਹ ਫਕੀਰਾ ਤੂੰ ਗੱਲ ਸਮਝ ਲੈ। ਮਤਲਬ ਆਵੇ ਮਤਬਲ ਜਾਵੇ, ਮਤਬਲ ਪੂਜੇ ਗੁਰ ਪੀਰਾ, ਇਹ ਇੰਜੀ ਹੈ ਨਾ ਜੀ। हेलो जी डॉक्टर साहब। मतबल आवे मतलब पूजे गुरपीरा, मतलब पूजे गुर, हाँ गुरपीरा। ਜਿਹੜਾ ਗੁਰੂ ਨੂੰ ਦੀ ਪੂਜਾ ਕੀਤੀ ਜਾਂਦੀ ਹੈ ਉਹਦੇ ਉੱਤੇ ਇਸ਼ਾਰਤ ਤੇ ਇਹ ਚਾੜਿਆ ਹੁੰਦਾ ਹੈ, ਉਹਦੇ ਉੱਤੇ ਪਰਦਾ ਤੇ ਇਹ ਪਾਇਆ ਹੁੰਦਾ ਹੈ ਕਿ ਅਸੀਂ ਆਪਣੀ ਸਪਿਰਚੁਅਲ ਇਨਹਾਂਸਮੈਂਟ ਲਈ ਗੁਰੂ ਦੇ ਦੁਆਰੇ ਗਏ हैं, जाने हैं। लेकिन हकीकत ये आ गई है कि ਅਸੀਂ ਗੁਰੂ ਕੋਲ ਵੀ ਪੀਰ ਕੋਲ ਵੀ ਦੁਨੀਆ ਦੇ ਮਤਲਬ ਆਪਣੀ ਦੁਨੀਆ ਦੀਆਂ ਗਰਜ਼ਾਂ ਪੂਰੀਆਂ ਕਰਵਾਉਣ ਲਈ ਜਾਂਦੇ हैं। ਮਤਲਬ ਆਵੇ ਮਤਲਬ ਜਾਵੇ, ਮਤਲਬ ਇਹ ਸਾਰੀ ਜਿਹੜੀ ਖੇਡ ਹੈਗੀ ਹੈ, ਭਾਵੇਂ ਉਹ ਆਮ ਜ਼ਿੰਦਗੀ ਦੇ ਵਿੱਚ ਆਮ ਲੋਕਾਂ ਦੀਆਂ ਲੋੜਾਂ ਦੀ ਹੋਵੇ ਜਾਂ ਉਹ ਆਪਣੇ ਆਪ ਨੂੰ ਸਪਿਰਚੁਅਲ ਤੌਰ ਤੇ ਪੇਸ਼ ਕਰੇ, ਫਿਰ ਵੀ ਉਹ ਇਕਨੋਮਿਕ ਨੀਡ ਹੈ ਜਾਂ ਇਕਨੋਮਿਕ ਨੀਡ ਤੇ ਬਣੀਆਂ ਹੋਈਆਂ ਬਾਕੀ ਨੀਡ ਨੇ ਵਗੈਰਾ ਵਗੈਰਾ। ਅੱਛਾ, ਮਤਲਬ ਖਵਾਵੇ, ਮਤਲਬ ਪਵਾਵੇ, ਮਤਲਬ ਮਤਬਲ ਪੋਆਏ ਨੀਰਾ, ਇਹ ਬਹੁਤ ਖਾਸ ਲਾਈਨ ਹੈਗੀ ਹੈ। ਮਤਲਬ ਖਵਾਵੇ, ਮਤਲਬ ਦੁਨੀਆ ਦੇ ਵਿੱਚ ਜਿਹੜੀ ਵੰਡ ਹੋਈ ਹੈ ਉਹਦੇ 'ਚ ਬਜ਼ਾਹਰ ਕੌਣ ਖਵਾ ਰਿਹਾ ਕਿਹਨੂੰ ਤੇ ਕੀ ਮਤਲਬ ਹੈ ਉਹਦਾ, ਕਿਉਂ ਖਵਾ ਰਿਹਾ ਉਹਨੂੰ ਕਿਉਂ ਉਹਨੂੰ ਲਿਬਾਸ ਦਿੰਦਾ ਹੈ ਤੇ ਉਹਨੂੰ ਜ਼ਿੰਦਾ ਰੱਖਣ ਲਈ ਪਾਣੀ ਦੇ ਤੁਰ ਕੇ ਉਹਦੇ ਮੂੰਹ 'ਚ ਪਾਉਂਦਾ ਰਹਿੰਦਾ ਹੈ, ਕਿਉਂ? ਉਹਦੇ 'ਚ ਕੀ ਮਤਲਬ ਹੈ ਉਹਦਾ?
ਇਹ ਦੇਖੋ ਗੱਲ ਇਹ ਹੈਗੀ ਹੈ ਕਿ ਇਹ ਇਕਨੋਮਿਕਸ ਦੇ ਵਿੱਚ ਔਰ ਪੋਲੀਟੀਕਲ ਇਕਨੋਮਿਕ ਥਿਊਰੀ ਦੇ ਵਿੱਚ ਹੈ ਕਿ ਜਿਹੜਾ ਸਰਮਾਇਆਦਾਰ ਹੈ, ਜਿਹੜਾ ਇੰਡਸਟਰੀਅਲਿਸਟ ਹੈ, ਜਾਂ ਜਿਹੜਾ ਜ਼ਮੀਨਾਂ ਦਾ ਓਨਰ ਹੈ, ਲੈਂਡ ਓਨਰ ਹੈ, ਜਾਂ ਕਿਸੇ ਤਰ੍ਹਾਂ ਦੇ ਵੀ ਮੀਨਸ ਆਫ ਪ੍ਰੋਡਕਸ਼ਨ ਨੂੰ ਪੋਜੈਸ ਕਰਦਾ ਹੈ, ਉਹਨੇ ਲੋਕਾਂ ਦੀ ਮਿਹਨਤ ਤੋਂ ਫਾਇਦਾ ਲੈਣਾ ਹੁੰਦਾ। ਲੇਕਿਨ ਉਹਦਾ ਇਹ ਕੰਮ ਤਾਂ ਚੱਲ ਸਕਦਾ ਹੈ ਜੇ ਕੰਮ ਦੇਣ ਵਾਲੇ, ਯਾਨੀ ਉਹ ਲੋਕ ਜਿਨ੍ਹਾਂ ਕੋਲੋਂ ਕੰਮ ਲਿਆ ਜਾਂਦਾ ਹੈ, ਉਹਨਾਂ ਨੂੰ ਕਮ ਅਜ਼ ਕਮ ਇੰਨਾ ਜ਼ਰੂਰ ਦਿੱਤਾ ਜਾਵੇ ਕਿ ਉਹ ਮਰਨ ਤੋਂ ਬਚ ਜਾਣ। ਉਹਨਾਂ ਨੂੰ ਕਮ ਅਜ਼ ਕਮ ਇੰਨਾ ਜ਼ਰੂਰ ਕੱਪੜਾ ਦਿੱਤਾ ਜਾਵੇ ਕਿ ਉਹ ਠੰਡ ਤੇ ਗਰਮੀ ਤੋਂ ਮਰ ਨਾ ਜਾਣ। ਲਿਹਾਜ਼ਾ ਉਹਨਾਂ ਨੂੰ ਓਨਾ ਹੀ ਦਿੱਤਾ ਜਾਂਦਾ ਹੈ ਜਿੰਨਾ ਐਬਸੋਲੂਟ ਨੈਸੈਸਰੀ ਹੁੰਦਾ ਹੈ ਉਹਨਾਂ ਦੀ ਬੇਅਰ ਮਿਨੀਮਮ ਐਗਜ਼ਿਸਟੈਂਸ ਲਈ। ਇਹ ਜਿਹੜੀ ਲਾਈਨ ਹੈ ਇਹ ਉਸ ਵੱਲ ਧਿਆਨ ਤੁਹਾਡਾ ਦਵਾ ਰਹੀ ਹੈ। ਮਤਬਲ, ਖਵਾਵੇ, ਮਤਲਬ, ਪਹਿਨਾਵੇ, ਦੋਵੇਂ ਚੀਜ਼ਾਂ ਸੁਸਾਇਟੀ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ। ਵੈਸੇ ਤੁਸੀਂ ਇਹਨੂੰ ਬਹੁਤ ਆਮ ਸੋਸ਼ਲ ਪੈਟਰਨ 'ਚ ਵੀ ਦੇਖਦੇ ਹੋ ਕਿ ਤੁਸੀਂ ਆਪਣੇ ਨਿਆਣੇ ਪਾਲਦੇ ਹੋ ਤੇ ਉਹਨਾਂ ਨੂੰ ਚੰਗਾ ਲਿਬਾਸ ਪਹਿਨਾਉਂਦੇ ਹੋ, ਚੰਗਾ ਚੁੱਕਾ ਖਾਣ ਨੂੰ ਦਿੰਦੇ ਹੋ, ਤੇ ਉਹ ਵੀ ਤੁਸੀਂ ਤਿਆਰ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਉਹ ਖਵਾ ਪਿਆ ਕੇ ਮੁਆਸ਼ਰੇ ਦੇ ਵਿੱਚ ਦੂਜਿਆਂ ਦੇ ਨਾਲ ਮੁਕਾਬਲਾ ਕਰਨ ਲਈ। ਮੇਰਾ ਮੁੰਡਾ ਜਾਂ ਮੇਰੀ ਕੁੜੀ ਜਿਹੜੀ ਹੈ ਉਹ ਅੱਗੇ ਵੱਧ ਗਈ ਹੈ ਤੁਹਾਡੇ ਨਾਲੋਂ, ਇਹ ਫਿਕਰਾ ਕਹਿਣ ਲਈ। ਖੈਰ ਮੈਂ ਉੱਧਰ ਨਹੀਂ ਜਾਂਦਾ, ਲੇਕਿਨ ਬੇਸਿਕ ਜਿਹੜੀ ਟਰਮ ਹੈ ਕਿ ਜਿਹੜਾ ਐਬਸੋਲੂਟ ਨੈਸੈਸਰੀ ਹੈ ਉਹ ਮਤਬਲ ਹੈ ਉਹਦਾ ਸਰਮਾਇਆਦਾਰ ਦਾ। ਉਹ ਜਿਹੜਾ ਮੈਨੂਫੈਕਚਰਿੰਗ ਜਾਂ ਜੋ ਪੈਦਾਵਾਰ ਨੂੰ ਕੰਟਰੋਲ ਕਰਦਾ ਹੈ, ਉਹਦਾ ਇਹ ਮਿਨੀਮਮ, ਉਹਦਾ ਇਹ ਉਹਦੀ ਲੋੜ ਹੈਗੀ ਹੈ। ਉਹਦਾ ਮਤਲਬ ਹੈਗਾ ਕਿ ਉਹ ਖਵਾਵੇ, ਪਿਵਾਵੇ ਤੇ ਕਰੇ। ਜਿਹੜੀ ਆਖਰੀ ਲਾਈਨ ਹੈ, ਮੈਂ ਜ਼ਿਆਦਾ ਲੰਬਾ ਨਹੀਂ ਜਾਣਾ ਚਾਹੁੰਦਾ, ਜਿਹੜੀ ਆਖਰੀ ਲਾਈਨ ਹੈ ਇਸੇ ਵਾਸਤੇ ਹੀ ਉਹ ਇਹ ਕਹਿ ਰਹੀ ਹੈ ਕਿ ਜਿੰਨੇ ਮਤਲਬ ਛੱਡਿਆ, ਜਿੰਨਾ ਮੈਂ ਮਤਲਬ ਦੀ ਮੈਂ ਤਸ਼ਰੀਹ ਕੀਤੀ ਹੈ, ਜਿੰਨੇ ਮਤਬਲ ਛੱਡ ਦਿੱਤਾ ਉਹ ਪੀਰਾਂ ਦਾ, ਸੋ ਪੀਰਨ ਸਿਰ ਪੀਰਾ, ਉਹ ਪੀਰਾਂ ਦਾ ਵੀ ਪੀਰ ਉਹ ਹੈ ਜਿਹੜਾ ਇਸ ਮਤਲਬ ਦੁਨੀਆ ਦੀ ਮਤਲਬ ਦੀ ਦਾਇਰੇ ਚੋਂ ਨਿਕਲਦਾ ਹੈ ਜਾਂ ਜਿਹੜਾ ਉਹਨੂੰ ਡਿਫਾਈ ਕਰਦਾ ਹੈ। बहुत अच्छी। थैंक यू डॉक्टर साहब, बहुत अच्छा। इट्स ऑलवेज एनलाइटनिंग। मैं गल करना चाह रहा था डॉक्टर साहब कि ਜਿਹੜਾ ਮਤਬਲ ਪਵਾਏ ਨੀਰਾ, ਇਹ ਨੀਰ ਉਹੀ ਹੁੰਦਾ ਜਿਹੜਾ ਅੱਖਾਂ 'ਚ ਆਂਸੂ ਨਿਕਲਦਾ, ਉਹਨੂੰ ਵੀ ਪਾਣੀ ਕਹਿੰਦੇ ਨੇ? ਨੀਰ ਬਹਾਵਾਂ? ਨਹੀਂ, ਇਹ ਨੀਰ ਪਾਣੀ ਦੇ ਮਾਇਨਿਆਂ 'ਚ। ਜੀ ਜੀ, ਠੀਕ। ਇਹ ਵੀ ਤੁਸੀਂ ਕਹਿ ਸਕਦੇ ਹੋ ਮਤਲਬ ਜਿਹੜਾ ਹੈ ਉਹ ਅਥਰੂ ਵੀ ਕਢਵਾ ਦਿੰਦਾ ਹੈ, ਇੰਝ ਕਹਿ ਸਕਦੇ ਹੋ ਤੁਸੀਂ। ਜੀ ਡਾਕਟਰ ਸਾਹਿਬ, ਇੰਝ ਮੈਂਸ਼ਨ ਲੱਗੀ ਸੀ ਜਿਵੇਂ ਨੀਰ ਤੋਂ ਨੀਰਾ। ਕਾਫੀ ਸਟ੍ਰੇਟ ਫਾਰਵਰਡ। ਫਿਰ ਇਫ ਯੂ ਟੇਕ ਮਤਲਬ ਫॉर दैट, ਜੇ ਉਦਾਂ ਹੀ ਆਪਾਂ ਲਈਏ ਖੁਦਗਰਜ਼ੀ ਦਾ ਹੀ, ਸੋ ਕਾਫੀ ਸਟ੍ਰੇਟ ਫਾਰਵਰਡ ਹੈਗੀ ਹੈ ਇਹਨਾਂ ਦੀ ਹੈ, ਕਾਫੀ ਬਹੁਤ ਸਟ੍ਰੇਟ ਫਾਰਵਰਡ। ਅਸਲ ਦੇ ਵਿੱਚ ਇਹ ਇੰਨੀ ਸਟ੍ਰੇਟ ਫਾਰਵਰਡ ਕਾਫੀ ਹੈ ਕਿ ਇਹਨੂੰ ਉਲਟਾਉਣਾ ਪੁਲਟਾਉਣਾ, ਅੰਦਰ ਦੇ ਬਾਹਰ ਦੇ ਝੇੜਿਆਂ 'ਚ ਪਾਉਣਾ, ਇਹ ਖੁਦ ਇੱਕ
ਇੱਕ ਗੈਰ ਜ਼ਰੂਰੀ ਰੌਲਾ ਹੈਗਾ। ਇਹ ਬੜੀ ਸਿੱਧੀ ਕਾਫੀ ਹੈਗੀ। ਜਿਵੇਂ ਤੁਸੀਂ ਦੇਖੋ ਇਹ ਜਿਹੜੀ ਮਤਲਬ ਦੁਨੀਆ, ਮਤਲਬ ਦੀ ਦੁਨੀਆ ਦਾ ਮੁੱਢ ਕੀ ਹੈ। ਮਸਲਨ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਖੂਨੀ ਰਿਸ਼ਤੇ ਹੁੰਦੇ ਨੇ ਇੱਕ ਦੂਜੇ ਦੇ ਨਾਲ, ਉਹ ਇਟਰਨਲ ਹੁੰਦੇ ਨੇ, ਉਹਨਾਂ ਵਿੱਚ ਕੋਈ ਗਰਜ਼ ਨਹੀਂ ਹੁੰਦੀ। ਇਹੋ ਹੀ ਕਹਿੰਦੇ ਆ ਨਾ ਅਸੀਂ। ਅੱਛਾ, ਹੁਣ ਬੁੱਲੇ ਸ਼ਾਹ ਕੀ ਕਹਿੰਦਾ ਹੈ? ਬੁੱਲੇ ਸ਼ਾਹ ਕਹਿੰਦਾ ਹੈ ਕਿ ਜਦ ਆਪੋ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਖਾ ਗਈ। ਬੁਰਾ ਹਾਲ ਹੋਇਆ ਪੰਜਾਬ ਦਾ, ਸਾਨੂੰ ਆ ਮਿਲ ਯਾਰ ਪਿਆਰ। ਯਾਨੀ ਜਿਹੜੀ ਧੀ ਤੇ ਮਾਂ ਦਾ ਪਵਿੱਤਰ ਰਿਸ਼ਤਾ ਸੀ, ਉਹ ਵੀ ਇੱਕ ਖਾਸ ਤਰ੍ਹਾਂ ਦੇ ਸਟੇਬਲ ਸੋਸ਼ਲ এনवायरमेंट 'ਚ ਸੀ। ਜੋ ਹੀ ਉਹ ਸੋਸ਼ਲ ਔਰ ਸਟੇਬਲ এনवायरमेंट ਜਿਹੜਾ ਉਹ ਮੁੱਕ ਗਿਆ, ਤੇ ਉਹਦੇ ਨਾਲ ਹੀ ਜਿਹੜੀ ਧੀ ਹੈ ਉਹਦਾ ਮਾਂ ਨਾਲ ਵੀ ਪਵਿੱਤਰ ਰਿਸ਼ਤਾ ਮੁੱਕ ਗਿਆ। ਉਹ ਮਾਂ ਨੂੰ ਵੀ ਵੇਚ ਕੇ ਖਾਣ ਲਈ ਤਿਆਰ। ਇਹ ਫਿਰ ਉਸ ਜ਼ਮਾਨੇ 'ਚ ਵਾਕਿਆ ਵੀ ਹੈ ਸੀ। ਜਿਹੜੀ ਲਾਹੌਰ ਦੀ ਜਿਹੜੀ ਰਾਣੀ ਸੀ, ਉਹਨੂੰ ਉਹਦੀ ਧੀ ਨੇ ਇੰਝ ਚੱਕਰ ਦੇ ਕੇ ਮਰਵਾਇਆ ਸੀ, ਪਰ ਉਹ ਹੋਰ ਇੱਕ ਲੰਮੀ ਕਹਾਣੀ ਹੈ। ਤੇ ਇੰਝ ਹੈ। जी बहुत अच्छा डॉक्टर साहब, थैंक यू। ਅੱਛਾ, ਤੀਜੀ ਲਾਈਨ ਇਹ ਨਹੀਂ ਬਣ ਸਕਦੀ ਕਿ ਮਤਲਬ ਪੁਆਏ ਨੀਰਾ ਕੇ ਮਤਬਲ ਦੀ ਵਜ੍ਹਾ ਨਾਲ ਬੰਦੇ ਨੂੰ ਆਂਸੂ ਵੀ ਪੀਣੇ ਪੈਂਦੇ ਨੇ, ਜਾਂ ਪਾਉਂਦਾ ਆਂਸੂ ਵੀ। ਹਾਂ, ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਗਰਜ਼ਾਂ ਤੁਹਾਨੂੰ ਰਵਾ ਦਿੰਦੀਆਂ ਨੇ। ਗਰਜ਼ਾਂ ਹੀ ਤੁਹਾਨੂੰ ਰਵਾਉਂਦੀਆਂ ਨੇ ਜ਼ਿੰਦਗੀ। ਬਿਲਕੁਲ ਬਿਲਕੁਲ ਬਿਲਕੁਲ। You don't cry for no reason, you cry always for a reason. ਨਹੀਂ, ਇੱਥੇ ਕਿ ਮਤਲਬ ਦੀ ਉਹ ਜਿਹੜਾ ਨਾ ਆਂਸੂ ਪੀਣੇ ਪੈ ਜਾਂਦੇ ਨੇ, ਉਹ ਵੀ ਬੰਦਾ ਛੁਪਾ ਦਿੰਦਾ। ਹਾਂ ਬਿਲਕੁਲ, ਮਤਲਬ ਦੁੱਖ ਇਜ਼ ਦੇਅਰ, ਦੁੱਖ ਦਾ ਜਿਹੜਾ ਤਾਲੁਕ ਹੈ ਗਰਜ਼ ਦੇ ਨਾਲ। ਮਤਲਬ ਫਕੀਰਾ ਗੱਲ ਸੁਣ, ਇਸ ਤੇ ਗੌਰ ਫਰਮਾਓ। ਹਾਂਜੀ, ਫਕੀਰਾ ਗੱਲ ਸੁਣ, ਉਹ ਫਕੀਰਾ ਦੁਨੀਆ ਕਾਹਦੀ ਹੈ? ਦੁਨੀਆ ਮਤਲਬ ਦੀ ਹੈ। ਤੇ ਇਹ ਜਿਹੜੇ ਸਾਰੇ ਦੁਨੀਆ ਦੇ ਚਾਹ ਚੌਂਚਲੇ ਤੈਨੂੰ ਇਰਦ ਗਿਰਦ ਦਿਸ ਰਹੇ ਨੇ, ਜਿਹੜੇ ਤੈਨੂੰ ਲੱਗਦੇ ਹੋਣਗੇ ਕਿ ਇਹ ਬੜਾ ਹੀ ਕੋਈ ਸੁਪਰ ਨੈਚੁਰਲ ਹਸਤੀਆਂ ਜਾਂ ਚੀਜ਼ਾਂ ਚਲਾ ਰਹੀਆਂ ਨੇ, ਇਹ ਕੁਛ ਨਹੀਂ ਹੈਗਾ। ਬੇਸਿਕਲੀ ਮਤਬਲ ਹੈ ਜਿਹੜਾ ਕਿ ਸਾਰਾ ਕੁਛ ਨੂੰ ਚਲਾਉਂਦਾ ਹੈ। डॉक्टर साहब बार बार मेरा रेफरेंस जाता है वो जरा कार साज है रब ते फिर दौलत सबो मेहनतें पेट दे कारण नहीं, बड़ा बड़ा बार बार मेरा रेफरेंस जाता है, बहुत ही ज्यादा मैं नु जोड़े ते नाल बार बार आई कैन नॉट जस्ट हेल्प इट। नहीं, ਉਹਦੀ ਵਜ੍ਹਾ ਇਹ ਹੈ ਕਿ ਇਸ ਜਿਹੜੀ ਧਿਰ ਦੇ ਸਾਰੇ ਸ਼ਾਇਰ ਨੇ ਜਿਹੜੇ ਸੀਮਿੰਗਲੀ ਨਾਨ ਆਈਡੀਅਲਿਸਟ ਨੇ ਜਾਂ ਲੈਸ ਆਈਡੀਅਲਿਸਟ ਨੇ, ਉਹ ਦੁਨੀਆ ਨੂੰ ਇੰਝ ਡਿਫਾਈਨ ਕਰਦੇ ਨੇ ਸਾਰੇ, ਭਾਵੇਂ ਵਾਰਿਸ ਸ਼ਾਹ ਹੋਵੇ, ਭਾਵੇਂ ਸ਼ਾਹ ਹੁਸੈਨ ਹੋਵੇ, ਭਾਵੇਂ ਬੁੱਲੇ ਸ਼ਾਹ ਹੋਵੇ। ਉਹ ਕਿਤੇ ਨਾ ਕਿਸੇ ਹਵਾਲੇ ਨਾਲ ਲਿਆ ਕੇ ਇਹ ਕਿਸੇ ਨੇ ਹੁਣ ਬੋਲਿਆ ਵੀ ਸੀ ਮਿਸਰਾ ਵਾਰਿਸ ਸ਼ਾਹ ਦਾ, ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਖ ਨਾ ਅੰਗ ਦੇ। ਇਹ ਡਾਕਟਰ ਸਾਹਿਬ ਇਹ ਜਿਹੜਾ ਬੰਦ ਹੈਗਾ ਨਾ ਕਾਰ ਸਾਜ਼ ਰੱਬ ਤੇ ਸਭ ਤੇ ਫਿਰ ਦੌਲਤ, ਬੜਾ ਲੰਮਾ ਬੰਦ ਹੈ, ਲੇਕਿਨ ਉਹਨੇ ਕਿਧਰੇ ਕਿਸੇ ਸੁਪਰਨੈਚੁਰਲ ਪਾਵਰ ਨੂੰ ਰੈਫਰੈਂਸ ਨਹੀਂ ਦਿੱਤਾ, ਪਿਓਰਲੀ ਉਹਨੇ ਮਟੀਰੀਅਲਿਸਟਿਕ ਰੱਖਿਆ ਔਰ ਸੈਕੂਲਰਿਸਟਿਕ ਰੱਖਿਆ। ਉਹ ਸਾਰੇ ਜਿਹੜੀ ਮਤਲਬ ਨੇ ਤੇ ਜਿਹੜੀ ਤਲਬ ਹੈ ਔਰ ਜਿਹੜਾ ਸਾਰਾ ਸਭ ਕੁਝ ਹੋ ਰਿਹਾ, ਉਹਨੂੰ ਬਿਲਕੁਲ ਉਹਨੇ ਫਿਜ਼ੀਕਲ ਲੈਵਲ ਤੇ ਰੱਖਿਆ। ਦੈਟਸ ਬਿਊਟੀਫੁਲ ਵਾਰਿਸ ਸ਼ਾਹ ਦੇ ਬੰਦ ਵਿੱਚ। ਹਾਲਾਂਕਿ ਬੜਾ ਲੰਬਾ ਬੰਦ ਹੈ, ਲੇਕਿਨ ਉਹਨੇ ਆਈਡਲਿਸਟ ਵਾਰ ਬਿਲਕੁਲ ਰੈਫਰੈਂਸ ਨਹੀਂ ਹੈਗਾ ਕਿਸੇ ਵੀ ਇੱਕ ਸ਼ੇਅਰ ਚ ਲਾਈਨ ਵਿੱਚ। ਥੈਂਕ ਯੂ, ਬਹੁਤ ਬਹੁਤ ਮਜ਼ਾ ਆਇਆ। What band is that? Sorry, what band is that? The band number is 363. कारसाज है रब ते फिर दौलत सबो मेहनता पेट दे कारने नी, पेट वास्ते फिरन अमीर दर दर, सैयद यादियां ने गदे चारने नी।
ਤੇ ਪੇਟ ਵਾਸਤੇ ਰਾਤ ਨੂੰ ਛੋੜ ਘਰ ਦਾ ਕੋ ਪਾਰੂ ਹੋਕਰੇ ਮਾਰਨੇ ਨਹੀਂ ਤੇ ਪੇਟ ਵਾਸਤੇ ਫਕਰ ਤਸਲੀਮ ਤੋੜਨ ਸਮੋ ਸਭੋ ਸਮਝ ਲੈ ਰੰਨੇ ਗਵਾਰਨੇ ਨਹੀਂ। ਦੈਟਸ ਬਿਊਟੀਫੁਲ ਲਾਈਨ। ਸੋ ਆਈ ਥਿੰਕ ਵੀ ਆਰ, ਅਸੀਂ ਸਾਨੂੰ ਕਹਿ ਰਿਹਾ ਕਿ ਅਸੀਂ ਰੰਨ ਗਵਾਰ, ਅਸੀਂ ਜਾਹਿਲ ਤੇ ਗਵਾਰ ਰੰਨ ਹੈਗੇ ਆ ਜਿਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਹਰ ਚੀਜ਼ ਦੇ ਪਿੱਛੇ ਗਰਜ਼ ਹੈਗੀ ਹੈ ਔਰ ਇਹ ਫਿਜ਼ੀਕਲ ਤੇ ਮਟੀਰੀਅਲ ਗਰਜ਼। ਦੈਟਸ ਮੈਨੂੰ ਸਮਝ। ਇਹ ਕਾਫੀ ਦੀ ਸਭ ਤੋਂ ਇੰਟਰਸਟਿੰਗ ਗੱਲ ਹੈ ਕਿਉਂਕਿ ਜਦ ਵੀ ਕੋਈ ਚੀਜ਼ ਪੜ੍ਹੀ ਦੀ ਹੈ ਏਡੇ ਵੱਡੇ ਸ਼ਾਇਰ ਦੀ, ਫॉर ਸਮ ਰੀਜ਼ਨ ਅਸੀਂ ਜਿੱਦਾਂ ਆਪਾਂ ਸਿੱਖਿਆ ਵੀ ਹੈ ਕਿ ਵੀ ਉਹਦੇ ਜਿਹੜੀ ਅੰਡਰਪਿਨਿੰਗਸ ਹੁੰਦੀਆਂ ਨੇ ਕਿਸੇ ਚੀਜ਼ ਦੀਆਂ, ਜਿਹੜੀ ਉਹਦੀ ਲੁਕਿਆ ਮਤਲਬ ਹੁੰਦਾ ਹੈ, ਅਸੀਂ ਪਹਿਲਾਂ ਫਿਰ ਲੁਕਿਆ ਮਤਲਬ ਲੱਭਣ ਤੁਰ ਪੈਂਦੇ ਹਾਂ। ਸੋ ਆਈ ਗੈਸ ਕਦੇ ਕਦੇ ਤੁਹਾਨੂੰ ਫੇਸ ਵੈਲਿਊ ਤੇ ਵੀ ਕੋਈ ਚੀਜ਼ ਲੈਣੀ ਪੈਂਦੀ ਹੈ। ਹਾਂਜੀ, ਕਿਉਂਕਿ ਜਦੋਂ ਤੁਸੀਂ ਐਡੇ ਵੱਡੇ ਬੰਦੇ ਦੀ ਸ਼ਾਇਰ ਨੂੰ ਅਪਰੋਚ ਕਰਦੇ ਹੋ ਨਾ, ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈ ਕਿ ਤੁਸੀਂ ਜਿਵੇਂ ਗੱਲ ਕੀਤੀ ਜਾ ਰਹੀ ਹੈ ਨਾ, ਜਿਵੇਂ ਗੱਲ ਨੂੰ ਸ਼ੁਰੂ ਕੀਤਾ ਜਾ ਰਿਹਾ, ਤੁਸੀਂ ਉਹਨੂੰ ਆਮ ਪੱਧਰ ਤੇ ਦੇਖੋ ਕਿ ਇਹਨੂੰ ਕਿਸ ਤਰ੍ਹਾਂ ਆਮ ਪੱਧਰ ਤੇ ਲੋਕੀ ਕਹਿੰਦੇ ਨੇ, ਦੁਨੀਆ ਤਾਲਬ ਮਤਲਬ ਦੀ ਗੱਲ ਸੁਣ ਉਹ ਫਕੀਰਾ। ਇਹਦਾ ਇੱਕ ਆਪਣਾ ਸਿੱਧਾ ਸਿੱਧਾ ਮਤਲਬ ਹੈ, ਯਾਨੀ ਮੈਨਾ ਹੈ, ਤੇ ਇਹ ਤੈਨੂੰ ਇੰਝ ਹੀ ਸਮਝ, ਇਹਨੂੰ ਇਹਦੇ ਵਿੱਚ ਹੋਰ ਰੌਲੇ ਨਾ ਪਾ। ਜੀ ਕਿਸੇ ਨੇ ਹੋਰ ਗੱਲ ਨਹੀਂ ਕਰਨੀ ਤੇ ਫਿਰ ਅਸੀਂ ਕਾਫੀ ਨੂੰ ਗਾ ਲਈਏ। ਜੀ ਡਾਕਟਰ ਸਾਹਿਬ। ਅੱਛਾ ਡਾਕਟਰ ਸਾਹਿਬ, ਇੱਕ ਸਾਨੂੰ ਥੋੜੀ ਜਿਹੀ ਇੱਕ ਹੋਰ ਵੀ ਤਲਬ ਕਹਿ ਸਕਦੇ ਹੈਗੀ ਆ, ਜਦੋਂ ਅਸੀਂ ਕਾਫੀਆਂ ਪੜ੍ਹਦੇ ਹਾਂ ਕਿ ਉਹਦੀਆਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹੋਰ ਅਨਯੂਜੂਅਲ ਲੇਅਰ ਜੇ ਕੋਈ ਹੈ ਤਾਂ ਉਹਨਾਂ ਨੂੰ ਵੀ ਐਕਸਪਲੋਰ ਕਰੀਏ। ਭਾਵੇਂ ਉਹ ਲੱਗਦਾ ਤੁਹਾਡੀ ਗੱਲ ਕਿ ਅਸੀਂ ਅਸਲੀ ਗੱਲ ਤੋਂ ਦੂਰ ਚਲੇ ਜਾਂਦੇ ਹਾਂ, ਪਰ ਇਹ ਵੀ ਸਾਡੇ ਪੜ੍ਹਨ ਵਾਲਿਆਂ ਦੇ ਸਟੂਡੈਂਟਸ ਦੇ ਦਿਲ 'ਚ ਹੁੰਦੀ ਹੈ ਕਿ ਹੋਰ ਕੀ ਇਹਦਾ ਮਤਲਬ ਹੋ ਸਕਦਾ। ਸੋ ਇਸ ਕਰਕੇ ਅਸੀਂ ਝੱਖ ਮਾਰਦੇ ਹਾਂ ਸਾਈਡਾਂ ਨੂੰ ਵੀ। ਇਹ ਵੀ ਸਾਡੀ ਮਜਬੂਰੀ ਹੈ, ਥੋੜੀ ਜਿਹੀ ਕੰਪਲਿਕੇਟ ਕਰਦੇ ਆਈ ਗੈਸ, ਕੰਪਲਿਕੇਟ ਜਾਣ ਬੁੱਝ ਕੇ ਕਰਨ ਦੀ ਕੋਸ਼ਿਸ਼ ਕਰਦੇ। ਨਹੀਂ, ਉਹਦੇ ਵਿੱਚ ਜਿਹੜਾ ਮਸਲਾ ਹੈ ਨਾ, ਉਹ ਖੁਦ ਕੰਪਲੀਕੇਟ ਕਰਨਾ ਨਹੀਂ ਹੈ। ਉਹ ਮਤਲਬ ਉਹਦਾ ਜਿਹੜਾ ਉਹਦੇ ਵਿੱਚ ਡਰਾਬੈਕ ਹੈ ਉਹ ਇਹ ਹੈ ਕਿ ਅਸੀਂ ਜਦੋਂ ਉਹਨੂੰ ਕੰਪਲੀਕੇਟ ਕਰਨੇ ਆ ਤੇ ਅਸੀਂ ਆਈਡੀਅਲਿਜ਼ਮ ਦੇ ਸਹਾਰੇ ਲੈ ਕੇ ਕਰਨੇ ਆ। ਇਹ ਕਹਿਣ ਦਾ ਮਤਲਬ ਠੀਕ ਹੈ, ਸਹੀ। ਤੁਸੀਂ ਕੰਪਲੀਕੇਟ ਮੈਨੂੰ ਜਿੰਨਾ ਹੋਰ ਵੀ ਕਰ ਸਕਦੇ, ਜਿਵੇਂ ਫਰਜ਼ ਕਰੋ ਮੈਂ ਜਿਵੇਂ ਤੁਹਾਨੂੰ ਉਹ ਜੀ ਆਪਣਾ ਮਤਲਬ ਖਵਾਵੇ, ਮਤਲਬ ਪਹਿਨਾਵੇ, ਮਤਲਬ ਪੋਇਏ ਨੀਰਾ, ਇਹਦੀ ਹੁਣ ਜਿਹੜੀ ਮੈਂ ਤਸ਼ਰੀਹ ਕੀਤੀ, ਜਿਵੇਂ ਮੈਂ ਉਹਦੇ ਕਾਨਸੈਪਟ ਦੀ ਤਸ਼ਰੀਹ ਕੀਤੀ, ਉਹ ਜ਼ਾਹਿਰ ਗੱਲ ਹੈ ਕੰਪਲੀਕੇਟਡ ਸੀਗੀ। ਉਹ ਇੱਕ ਆਮ ਬੰਦਾ ਜਿਹੜਾ ਹੈ ਉਹਨੂੰ ਇਵੇਂ ਨਹੀਂ ਸਮਝ ਆਉਂਦੀ ਗੱਲ ਦੀ। ਸੋ ਮੈਂ ਕਹਿਣ ਦਾ ਮੇਰਾ ਮਕਸਦ ਇਹ ਹੈ ਕਿ ਕੰਪਲੀਕੇਟ ਕਰਨਾ ਜਾਂ ਨਾ ਕਰਨਾ ਮਸਲਾ ਨਹੀਂ ਹੈ। ਮਸਲਾ ਇਹ ਹੈ ਕਿ ਨੋਨ ਐਪਿਸਟਮੋਲੋਜੀ ਜਿਹੜੀ ਹੈ ਆਈਡੀਅਲਿਸਟਾਂ ਦੀ, ਉਹਦੇ ਕਿਉਂਕਿ ਅਸਲ ਦੇ ਵਿੱਚ ਅਸੀਂ ਜੰਮਣ ਲਾ ਤੋਂ ਹੁਣ ਤੱਕ ਸਾਨੂੰ ਆਦਤ ਹੀ ਉਂਝ ਸੋਚਣ ਦੀ ਹੈ। ਇਸ ਲਈ ਅਸੀਂ ਜਿੰਨੀ ਵੀ ਕੋਸ਼ਿਸ਼ ਕਰੀਏ ਅਸੀਂ ਕਿਤੋਂ ਨਾ ਕਿਤੋਂ ਉੱਧਰ ਜਾ ਵੜਦੇ ਹਾਂ। ਠੀਕ ਡਾਕਟਰ ਸਾਹਿਬ। ਹਾਂਜੀ, ਕਾਫੀ ਦਾਈਏ ਹੋ ਜੀ ਡਾਕਟਰ ਸਾਹਿਬ। ਮਤਬਲ ਜਿਹੜਾ ਮੈਂ ਤਰਕ ਬਣਾਈ ਸੀ ਜੀ ਜੀ, ਮੈਨੂੰ ਮੇਰਾ ਖਿਆਲ ਸੀ ਮੈਂ ਇਹਨੂੰ ਇੰਪਰੋਵਾਈਜ਼ ਕਰਾਂਗਾ, ਪਰ ਉਹ ਮੈਥੋਂ ਇੰਪਰੋਵਾਈਜ਼ ਤਾਂ ਹੀ ਹੋਈ। ਸੋ ਜਿਹੜੀ ਬਣੀ ਹੈ ਉਹ ਸੁਣ ਲਓ। ਦੁਨੀਆ ਤਾਲਿਬ ਮਤਲਬ ਦੀ
दुनिया तालिब मतलब दी वो गल सुन वो फकीरा दुनिया तालिब मतलब दी गल गल सुन वो फकीरा मतबल आवे मतबल जावे मतबल आवे मतबल जावे मतबल पूजे गुर पीरा दुनिया तालिब मतलब दी वो गल सुन वो फकीरा मतलब पहनावे मतबल खवावे मतबल पहनावे मतबल खवाए मतबल पूजे मतबल पवाए नीरा मतबल पवाए नीरा गल सुन वो फकीरा दुनिया तालिब मतलब दी गल सुन वो फकीरा कहे हुसैन जिन मतबल छोड़या कहे हुसैन नित मतबल छोड़या सो सो मियां सिर मीरा सो मीरा सिर मीरा दुनिया तालिब मतलब दी गल सुन वो फकीरा बहुत अच्छे डॉक्टर साहब, बहुत थैंक बहुत 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 अच्छे अच्छे बहुत अच्छे बहुत अच्छे डॉक्टर साहब, थैंक हाँ यू। जी बहुत बढ़िया जी बहुत बढ़िया मुश्किल सी लगी मैं डॉक्टर साहब बहुत मुश्किल राग च गाई है तुसी अनयूजुअल थोड़ा लग्या मैं बाकियां तो थोड़ा फिर आज दरबारी चल रहा डॉक्टर साहब मेरा ख्याल है हाँ यार मैनू जो तड़ उतर रही होंगी है तो मैनू नहीं पता ठीक चलो जी वेरी गुड जी मैं पर छेती छेती रिकॉर्ड कर लेना कि ये हाँ जी मैनू भुल जानी है जी बहुत सोहनिया बहुत बढ़िया ते चलो फिर इजाजत दो जी डॉक्टर साहब थैंक यू वेरी रिकॉर्डिंग बंद करो ओके जी